ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਹਨ ਉਹਨਾਂ ਵਾਸਤੇ ਆਪਾਂ ਨੇ ਪਹਿਲਾਂ 5 ਮੂਲ ਮੰਤਰ ਕਰਨੇ ਹਨ। ਉਹਨਾਂ ਦੀ ਭੇਟਾ ਹੈ, ਅਸੀਂ ਦੇ ਨਹੀਂ ਸਕਦੇ ਕੁਛ, ਬਸ ਉਹਨਾਂ ਵਾਸਤੇ ਉਹ ਮੂਲ ਮੰਤਰ ਸਿਮਰਨ ਕਰ ਸਕਦੇ ਹਾਂ ਕਿ ਯੋਧਿਆਂ ਦਾ ਦੇਣਾ ਦੇ ਨਹੀਂ ਸਕਦੇ। ਇਸ ਕਰਕੇ ਸਾਰੀ ਸੰਗਤ ਮਿਲ ਕੇ ਪਿਆਰ ਨਾਲ ਜਪੋ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਵਾਹਿ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਘਟ ਮਰੈ ਕਬਹੁ ਨ ਛਾਡੈ ਖੇਤ। ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ। ਸੋ ਕਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਵਦਖ ਸੰਬੰਧੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਸ਼ਬਦ ਅਵਤਾਰ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਿੱਘੀ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਰਬੱਤ ਮਾਈ ਭਾਈ ਝੁਕਾਓ ਸੀ ਸਤਿਗੁਰਾਂ ਦੇ ਅੱਗੇ, ਕਰੋ ਯਾਦ ਸ਼ਹੀਦਾਂ ਸਿੰਘਾਂ ਨੂੰ, ਬੁਲਾਓ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਆਪਾਂ ਮਹਾਨ ਯੋਧੇ ਜਿਨ੍ਹਾਂ ਨੇ ਕੌਮ ਦੀ ਅਣਖ ਮਰਿਆਦਾ ਅਤੇ ਵੱਡਿਆਂ ਦੇ ਚਲਾਏ ਹੋਏ ਜੋ ਮਰਿਆਦਾ ਦੇ ਬਹੁਤ ਵੱਡੇ ਵੱਡੇ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ, ਉਹਦੇ ਮੁਤਾਬਕ ਆਪਾਂ ਸਾਰੀ ਸੰਗਤ ਜੁੜ ਮਿਲ ਕੇ ਉਹਨਾਂ ਦੇ ਯਾਦ ਵਿੱਚ ਜੋੜ ਮੇਲੇ ਮਨਾ ਰਹੇ ਹਾਂ। ਪਰਸੋਂ ਜਿਵੇਂ ਅਸੀਂ ਸੁਭਰਾ ਨਗਰ ਦੇ ਵਿੱਚ ਰਾਤ ਦੀ ਕਥਾ ਕੀਤੀ ਸੀ, 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਉੱਥੇ ਵੀ ਇਹ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ, ਅਮਰ ਸ਼ਹੀਦ ਗੁਰਮੁਖ ਪਿਆਰੇ ਅਤੇ ਉਹਨਾਂ ਦੇ ਨਾਲ ਦੇ ਗੁਰਮੁਖ ਜਿਨ੍ਹਾਂ ਨੇ ਸ਼ਹੀਦੀ ਦਿੱਤੀ, ਉਹਨਾਂ ਸਾਥੀਆਂ ਦੇ ਨਾਲ ਜੋੜ ਮੇਲੇ ਹੋ ਰਹੇ ਹਨ। ਸਰਦਾਰ ਸ਼ਾਮ ਸਿੰਘ ਜੀ ਦੇ ਪਿਤਾ ਜੀ ਸਰਦਾਰ ਨਿਹਾਲ ਸਿੰਘ ਜੀ ਅਤੇ ਭਾਈ ਗੁੱਜਰ ਸਿੰਘ ਜੀ, ਲਹਿਣਾ ਸਿੰਘ ਜੀ ਭੰਗੀ, ਇਹ ਉਹਨਾਂ ਦੇ ਨਾਲ ਵਿਸ਼ੇਸ਼ ਵੱਡੇ ਯੋਧੇ ਅਤੇ ਉਹਨਾਂ ਦੀ ਕੋਲ ਦੀ ਜੇ ਗੱਲ ਸੁਣਾਈ ਸੀ ਭਾਈ ਵਰਿਆਮ ਸਿੰਘ ਉਹਨਾਂ ਨੇ, ਜੈਸਲਮੇਰ ਦੇ ਇਲਾਕੇ ਵਿੱਚੋਂ ਜਗਮਲ ਜੀ ਉੱਥੇ ਰਿਹਾ ਕਰਦੇ ਸੀ। ਅਟਾਰੀ ਵਾਲੇ ਜੋ ਸਰਦਾਰ ਸਨ, ਉੱਥੇ ਰਹਿਣ ਵਾਲੇ ਵਸਿੰਦੇ, ਉਹਨਾਂ ਤੋਂ ਇਹ ਇਤਿਹਾਸ ਨੂੰ ਜ਼ਰੂਰ ਇਕੱਠਾ ਕੀਤਾ ਗਿਆ ਵੀ ਪਿੱਛਾ ਕਿੱਥੋਂ ਇਹਨਾਂ ਦਾ ਪਿੱਛਾ ਸ਼ੁਰੂ ਹੋਇਆ। ਜਗਮਲ ਜੀ ਦੇ ਪੁੱਤਰ ਸਨ ਭਾਈ ਧੀਰਾ ਜੀ, ਸੋ ਜਿਨ੍ਹਾਂ ਨੇ ਆ ਕੇ ਫੂਲ ਮਹਾਰਾਜ ਦੇ ਇਲਾਕੇ ਦੇ ਵਿੱਚ ਇਹ ਆਪਣੇ ਆਸੇ-ਪਾਸੇ ਪਿੰਡਾਂ ਵਿੱਚ ਸਾਰੇ ਬੈਠੇ ਸਨ, ਨਗਰ ਵਸਾਏ ਸਨ। ਉਸ ਤੋਂ ਉਪਰੰਤ ਕਾਫੀ ਸਮਾਂ ਇਹ ਬੈਠੇ ਰਹੇ, 1580 ਦੇ ਲਾਗੇ ਤਾਗੇ ਇਹ ਸਾਰੇ ਆਏ। ਸੋ ਜੇ ਵਿਚਾਰ ਕੇ ਦੇਖੀਏ, ਗੁਰੂ ਘਰ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜੇ ਉਹਨਾਂ ਦਾ ਸਮਾਂ ਵੀ ਵਿਚਾਰੀਏ, 1469 ਤੋਂ ਲੈ ਕੇ 1539 ਤੱਕ ਸਤਿਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਇਹ 1580 ਦੇ ਵਿੱਚ ਇੱਥੇ ਆਏ ਔਰ ਸਾਡਾ ਗੁਰੂ ਘਰ ਦਾ ਇਤਿਹਾਸ ਵੀ ਨਾਲ ਹੀ ਪ੍ਰਾਰੰਭ ਹੋਇਆ ਹੈ। ਕਾਫੀ ਸਮਾਂ ਇੱਥੇ ਰਹਿਣ ਤੋਂ ਬਾਅਦ ਇਹ 1735 ਦੇ ਵਿੱਚ ਇੱਥੋਂ ਦੇ ਕਈ ਉੱਠ ਕਰਕੇ ਜੋ ਧੀਰਾ ਜੀ ਦੀ ਅੱਗੇ ਔਲਾਦ ਸੀ, ਇਹ ਸਾਰੇ ਚੱਲ ਕੇ ਕਹਿੰਦੇ ਨੇ, ਅੱਗੇ ਇਤਿਹਾਸ ਥੋੜਾ ਧੁੰਦਲਾ ਜਿਹਾ, ਪਰ ਇੰਨਾ ਕੁ ਪਤਾ ਕਿ ਇੱਥੋਂ ਉੱਠ ਕੇ ਜਗਰਾਵਾਂ ਦੇ ਲਾਗੇ ਕਾਉਂਕੇ ਨਗਰ ਵਿਖੇ ਇਹਨਾਂ ਨੇ ਜਾ ਕੇ ਵਾਸਾ ਕੀਤਾ। ਉੱਥੇ ਜੋ ਚੌਧਰੀ ਕਾਹਨ ਚੰਦ ਜੀ ਸਨ, ਉਹਨਾਂ ਦੇ 2 ਸੁਪੁੱਤਰ ਗੌਰ ਜੀ ਤੇ ਕੌਰ ਜੀ, ਜਿਨ੍ਹਾਂ ਬਾਰੇ ਜ਼ਿਕਰ ਆਇਆ। ਇਤਿਹਾਸ ਕਿਉਂਕਿ ਅੱਛੀ ਤਰ੍ਹਾਂ ਸਾਂਭਿਆ ਨਹੀਂ ਗਿਆ ਆਪਣਾ, ਇਹ ਆਪਣੇ ਵਿੱਚ ਜ਼ਰੂਰ ਕਮੀ ਰਹੀ ਹੈ। ਜਿੰਨੀ ਅਮੀਰ ਕੌਮ ਹੈ, ਜਿੰਨਾ ਵਿਰਸਾ ਅਮੀਰ ਹੈ, ਉਨਾ ਹੀ ਆਪਣਾ ਧਿਆਨ ਉੱਧਰ ਘਟ ਗਿਆ। ਨਹੀਂ ਤਾਂ ਇਤਿਹਾਸ ਨੂੰ ਸਾਰੇ ਸਾਂਭ ਕੇ ਬੈਠੇ ਨੇ। ਗੋਰਿਆਂ ਨੇ ਆਪਣੀ ਇੱਕ ਗੱਲ ਨੂੰ ਸਾਂਭ ਕੇ ਰੱਖਿਆ ਹੋਇਆ, ਮੁਸਲਮਾਨਾਂ ਨੇ ਵੀ ਆਪਣਾ ਇਤਿਹਾਸ ਸਾਂਭ ਕੇ ਰੱਖਿਆ, ਹਿੰਦੂਆਂ ਨੇ ਵੀ ਸਾਂਭਿਆ ਹੋਇਆ। ਸਿੱਖ ਕੌਮ ਵਿੱਚ ਇਹ ਕਮੀ ਰਹੀ। ਕਹਿੰਦੇ ਪਹਿਲਾਂ ਇੱਥੇ ਛੋਟਾ ਜਿਹਾ ਸਥਾਨ ਹੁੰਦਾ ਸੀ, ਹੁਣ ਸਥਾਨ ਵੱਡਾ ਬਣਿਆ।
ਸਾਧ ਸੰਗਤ ਜੀ ਜੇ ਉਹ ਦੇਖ ਲੈਂਦੇ ਨੇ ਵੀ ਇਹ ਨਹੀਂ ਚੱਲਦੇ, ਵੀ ਸਾਡੀ ਕੌਮ ਦੇ ਵਿੱਚ ਢਿੱਲ ਮੱਠ ਹੈ, ਉਹ ਜਿਹੜੀਆਂ ਸਾਡੀਆਂ ਫੌਜਾਂ ਨੇ, ਉਹ ਜਿਹੜੀਆਂ ਸਾਡੇ ਸ਼ਹੀਦ ਫੌਜਾਂ ਫਿਰ ਆਪ ਆ ਕੇ ਸਾਨੂੰ ਜਾਗਰਤ ਕਰ ਦਿੰਦੀਆਂ ਨੇ। ਕਿਉਂਕਿ ਜੋੜ ਮੇਲੇ ਮਨਾਉਣੇ ਬਹੁਤ ਜ਼ਰੂਰੀ ਨੇ, ਇਸੇ ਕਰਕੇ ਮਨਾਏ ਜਾਂਦੇ ਨੇ ਤਾਂ ਕਿ ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਯਾਦ ਕਰੀਏ। ਸੋ ਇਸ ਕਰਕੇ ਗੌਰ ਜੀ ਅਤੇ ਕੌਰ ਜੀ ਦੱਸਿਆ ਇਤਿਹਾਸ ਵਿੱਚ 25 ਘੋੜਸਵਾਰ ਨਾਲ ਰੱਖਦੇ ਸੀ। ਜਦੋਂ ਅਟਾਰੀ ਪਿੰਡ ਆ ਕੇ ਇਹਨਾਂ ਨੇ ਮੋਹੜੀ ਗੱਡੀ ਆ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੰਘਾਂ ਦੇ ਜਿਹੜੇ ਕੁਰਬਾਨੀਆਂ ਸੀ ਜਾਂ ਉਹਨਾਂ ਦੇ ਦਿਲ ਦੇ ਜਜ਼ਬੇ ਸੀ ਜਾਂ ਉਹਨਾਂ ਦੇ ਵਿੱਚ ਸੱਚਾਈ ਸੀ, ਉਹਨਾਂ ਦੇ ਜੀਵਨ ਤੋਂ ਨਿਤਨੇਮ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਦੋਨਾਂ ਭਰਾਵਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਨਾਲ ਕਿਰਪਾ ਹੋਈ। ਹੁਣ ਅਸੀਂ ਕਈ ਵਾਰ ਪ੍ਰਚਾਰ ਇੰਨਾ ਕੀਤਾ ਜ਼ਿੰਦਗੀ ਦੇ ਵਿੱਚ, ਲਗਭਗ ਇਹ 42-43ਵਾਂ ਸਾਲ ਮੇਰਾ ਚੱਲਦਾ ਕਥਾ ਦਾ। 1974 ਤੋਂ ਲੈ ਕੇ ਮੈਂ ਇੱਧਰ ਜੁੜਿਆ ਹੋਇਆ ਔਰ ਅਸੀਂ ਦੇਖਣਾ ਹੁੰਦਾ ਕਿ ਕਿੱਥੇ ਕਮੀਆਂ ਨੇ, ਕਿੱਥੋਂ ਡਿੱਗ ਰਹੇ ਨੇ। ਇੱਕ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ਿਸ਼ ਕੀਤੀ ਆਪਣੇ ਤੇ, ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਇਹ ਬਚਨ ਕੀਤਾ ਵੀ ਇੱਕ ਤਾਂ ਹੁੰਦੀ ਆਪਣੀ ਮਨ ਦੀ ਮਰਜ਼ੀ, ਇੱਕ ਹੁੰਦੀ ਹੈ ਗੁਰਮਤਿ। ਆਪਣੀ ਮਨ ਦੀ ਜਿਹੜੀ ਮਰਜ਼ੀ ਆ ਉਹ ਆਪਾਂ ਜ਼ਿਆਦਾ ਕੀਤੀ ਹੈ। ਕੁਛ ਹਰੇਕ ਬੰਦੇ ਨੇ ਆਪਣੀ ਆਪਣੀ ਮਰਜ਼ੀ ਕੀਤੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਚਲਾਈ ਹੋਈ ਮਰਿਆਦਾ ਸੀ, ਰਹਿਤ ਸੀ, ਇਹਨੂੰ ਅਸੀਂ ਕੋਸ਼ਿਸ਼ ਕਰਕੇ, ਸੋ ਵਿਰੋਧੀਆਂ ਨੇ ਵੀ ਕਾਫੀ ਇਸ ਵਿੱਚ ਯੋਗਦਾਨ ਪਾਇਆ, ਭਾਵੇਂ ਇਸ ਗੱਲ ਵਿੱਚ ਉਹਨਾਂ ਨੇ ਸਾਨੂੰ ਬਹੁਤ ਖਰਾਬ ਕੀਤਾ। ਸੋ ਜਿਸ ਤਰ੍ਹਾਂ ਲਾਲਚ ਵਸ ਹੋ ਕੇ ਇਹ ਲਾਲ ਸਿੰਘ, ਗੁਲਾਬ ਸਿੰਘ, ਇਹ ਡੋਗਰੇ ਜਿਹੜੇ ਸੀ, ਤੇਜਾ ਸਿੰਘ, ਧਿਆਨ ਸਿੰਘ ਹੋਣੀ, ਇਹਨਾਂ ਨੂੰ ਸਿਰਫ ਇਹੀ ਲਾਲਚ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਤੇ ਪਰਿਵਾਰ ਨੂੰ ਸਾਰੇ ਨੂੰ ਖਤਮ ਕਰਕੇ ਅੰਗਰੇਜ਼ਾਂ ਨਾਲ ਰਲ ਕੇ ਰਾਜ ਲੈ ਲਵਾਂਗੇ। ਗਦਾਰੀ ਇੱਥੋਂ ਪੈਦਾ ਹੋਈ ਸਾਡੇ 'ਚ, ਗਦਾਰਾਂ ਨੇ ਜਨਮ ਲਿਆ ਸਾਡੇ ਵਿੱਚ। ਪਰ ਸਾਧ ਸੰਗਤ ਜੀ ਇੱਕ ਚੀਜ਼ ਹੁੰਦੀ ਹੈ, ਕਦੇ ਵੀ ਆਪਾਂ ਜੇ ਵਿਚਾਰ ਕੇ ਦੇਖੀਏ, ਕਈ ਚੀਜ਼ਾਂ ਜੇ ਇਤਿਹਾਸ ਦੀਆਂ ਐਸੀਆਂ ਆਉਂਦੀਆਂ ਨੇ ਵੀ ਜਦੋਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੇਲੇ, ਸੋ ਪਿਰਥੀਆ ਜੀ ਦੇ ਪੁੱਤਰ ਮਿਹਰਬਾਨ ਜੀ, ਉਹਨਾਂ ਨੇ ਵੀ ਇਹ ਕੋਸ਼ਿਸ਼ ਕੀਤੀ ਕਿ ਮੈਂ ਗੁਰੂ ਬਣ ਕੇ ਬੈਠਾ। ਗੱਲ ਚੱਲਦੀ ਹੈ ਵੀ ਮੈਂ ਵੱਡਾ ਬਣਾ। ਸਤਿਗੁਰੂ ਮਹਾਰਾਜ ਨੇ ਜਿਹੜੇ ਸਿਧਾਂਤ ਬਖਸ਼ਿਸ਼ ਕੀਤੇ ਉਹਦੇ 'ਚ ਆਇਆ ਕਿ ਆਪਸ ਕਾ ਜੋ ਜਾਣੈ ਨੀਚਾ, ਸੋ ਗਨੀਆਂ ਸਭ ਤੇ ਉੱਚਾ। ਪਰ ਇਹ ਸ਼ੁਰੂ ਤੋਂ ਮਨੁੱਖ ਜਦੋਂ ਪਰਮਾਤਮਾ ਨੇ ਬਣਾਇਆ, ਹਉਮੈ ਰੋਗ ਮਾਨੁਖ ਕੋ ਦੀਨਾ, ਸਾਰਿਆਂ ਵਿੱਚ ਇੱਕ ਚੀਜ਼ ਆਉਂਦੀ ਆਪਣੇ 'ਚ, ਮੈਂ ਵੱਡਾ ਬਣਾ, ਮੈਂ ਅੱਗੇ ਆਵਾਂ, ਮੈਂ ਅੱਗੇ ਆਵਾਂ। ਪਰ ਆਪਾਂ ਨੂੰ ਆਪਣੀ ਯੋਗਤਾ ਦੇਖਣੀ ਚਾਹੀਦੀ ਕਿ ਮੈਂ ਤੇ ਯੋਗ ਹਾਂ। ਕਿਉਂ ਇਹ ਚੀਜ਼ ਕਲਗੀਧਰ ਮਹਾਰਾਜ ਨੇ ਜਿਹੜੀ ਸ਼ਾਖ ਲਾਈ ਹੈ, ਇੱਕ ਸ਼ਾਖ ਮਹਾਰਾਜ ਨੇ ਆਪਣੀ ਵੀ ਰੱਖੀ ਹੈ ਪੰਥ ਵਿੱਚ, ਉਸ ਸ਼ਾਖ ਦਾ ਨਾਮ ਹੈ ਦਮਦਮੀ ਟਕਸਾਲ। ਦਮਦਮੀ ਟਕਸਾਲ ਦੇ ਕੁਝ ਕਾਨੂੰਨ ਨੇ, ਸਤਿਗੁਰੂ ਮਹਾਰਾਜ ਨੇ ਆਪ ਹੀ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਉਹਨਾਂ ਨੂੰ ਜਿਹੜੇ ਕਾਨੂੰਨ ਦੱਸੇ ਸੀ, ਉਹਦੇ 'ਚ ਇਹ ਬਚਨ ਕੀਤਾ ਸੀ ਵੀ ਤੁਸੀਂ ਹਮੇਸ਼ਾ ਪਿੱਛੇ ਰਹਿ ਕੇ ਨਿੱਘਰ ਤੇ ਠੋਸ ਸੇਵਾ ਕਰਨੀ ਹੈ, ਕਦੇ ਅੱਗੇ ਨਹੀਂ ਆਉਣਾ। ਉਹਨਾਂ ਬਚਨਾਂ ਨੂੰ ਹੀ ਸਾਰੇ ਮਹਾਂਪੁਰਖ ਕਮਾਉਂਦੇ ਰਹੇ। ਕਿਉਂਕਿ ਜੇ ਆਪਾਂ ਪਿਛਲੇ ਇਤਿਹਾਸ ਨੂੰ ਖੋਲ ਕੇ ਦੇਖਦੇ ਹਾਂ ਆਪਣੇ ਨੂੰ, ਕਿਸੇ ਵਕਤ ਸੰਤ ਚੰਦਨ ਸਿੰਘ ਜੀ, ਸੰਤ ਫਤਿਹ ਸਿੰਘ ਜੀ ਅਤੇ ਹੋਰ ਸਾਰੇ ਪਤਵੰਤਿਆਂ ਦਾ ਆਪਸ ਵਿੱਚ ਪ੍ਰਧਾਨਗੀ ਦਾ ਰੌਲਾ ਪੈ ਗਿਆ। ਇਹ ਸਾਰੇ ਧਨੌਲਾ ਨਗਰ ਪੈਂਦਾ ਬਰਨਾਲੇ ਕੋਲ, ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕੋਲ ਸਾਰਾ ਪੰਥ
सारे लीडर इकट्ठे होकर चले गए। कहने बाबा जी साडी बेनती सारिਆਂ ਦੀ भी साडा प्रधानगी पिछे रौला पैंदा आपस च असीं एक सहमति कीती सारिਆਂ ने भी जे संत ज्ञानी गुरबचन सिंह जी खालसा अकाली दल के प्रधान बन जाण फिर सानू कोई इतराज नहीं किसी, फिर तुसीं ये प्रधानगी लै लो। महापुरखों ने हथ जोड़ के बेनती की, तुसीं सारा इकट्ठे होके आए हो पंथ लीडरों, साडी भी एक बेनती है, टकसाल का जिहड़ा कारज आ वो पिछे रह के निगर ते ठोस सेवा करनी है। प्रधानगी असीं लैनी नहीं, सेवा जिहड़ी मर्जी ला दो साडी हो, असीं अगे नहीं आउंदे कदे। सो ये चीज़ आपां देखनी है। जिहने कुछ लैना हुंदा वो कदे अगे आके आप नहीं कहंदा कि मैं आ लैना। जद सतगुरु नानक साहब जी महाराज सो दुनिया नूं तार रहे सी, बाबा लहणा जी ने दर्शन करने की जब इच्छा की, उस वक्त बाबा जी कहन लगे दर्शन करने वास्ते जाना। सतगुरु नानक साहब जी अग्यों आके बहाना करके हाथ में पानी वाली गड़बी पकड़ी हुई है, घोड़े जो घोड़ी सी उहदियां लगामां पकड़नियां। क्योंकि बाबा लहणा जी ने पूछा क्यों जी गुरु नानक तपा जी कित्थे रहिंदे ने इत्थे? कहंदे आओ जी मैं लै चलदा तुहानूं। सतगुरु जी आप तुर के आ रहे ने ते बाबा लहणा जी घोड़ी ते बैठे। गल नूं समझण दा यतन करिए आपां। निमरता देखो कितनी है, नहीं तो दुनिया में जिहदे कोल अहुदा आ जाता वड्डा वो आसमान नूं चढ़ जाता, थां थां अपनी वडियाई कराउंदा। लोकन की चतराई उपमा ते बैसंतर जार। सतगुरु महाराज जी कहंदे ने ये जिहड़ी लोकां दी वडियाईयां ने, झूठ 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 दुनी गुमान, ये सारियां चीज़ां गुरसिखां नूं परहेज करना चाहिए इन्हां चीज़ां चों। जदों जाके बाबा लहणा जी की घोड़ी खड़ा दी, कह रहे अंदर जाके सामने बैठे ने गुरु नानक तपा जी। बाबा जी ने खूह के उत्ते मुखारबिंद धोता, चरण धोते, हस्त कमल धोते। उन्हां दिनां च घट्टा मिट्टी उड़दा ही सी, बड़ा सड़कां पक्कियां नहीं सी, परने नाल सारे वस्त्र झाड़े, साफ सुथरे होकर अंदर जाके जो सामने दर्शन किए, देखिया भी ये तो वही पुरख ने जिहड़े घोड़ी की लगाम फड़ के लियाए सी, जिहड़े कहंदे आओ मैं तुहानूं दर्शन करवा दिंदा। तो बाबा लहणा जी दे अखां चों नेत्रां चों जल आ गया। कहने महाराज जी आप जी ने ये की कीता? मैं तो दर्शन करने वास्ते आया, मैं तो तुहाडा दास सेवादार। सतगुरु नानक साहब जी महाराज ने वचन किया, पुरखा अपना नाम की तुहाडा? कहने मेरा नाम लहणा है। सो सतगुरु जी कहने मैं देना, तुसीं लैना मैं देना। लैण वाला वड्डा हुंदा कि देण वाला वड्डा हुंदा? तुसीं लैणदार हो सातों। जिहड़ी बख्शिश असीं तुहानूं देनी है तुसीं लैनी है, असीं देनी है। इस करके थल्ले तुर के आए हैं। इस करके साध संगत जे गुरु नानक साहब की निमरता वाल देखिए, नीवें होकर चलना। सतगुरु नानक साहब ने गुरु अंगद देव जी को गुरता गद्दी की दात बख्शिश करके मत्था टेकिया जदों, हुण ये हो रहे हो गंग बहाई है दुनियाई आखा कि क्यों उठी गंगा भोए नूं वग पई। ये पहली बार होया इतिहास दे विच कि मत्था गुरु ने अपने सिख नूं मत्था टेकिया। उन्होंने गां गुरु अमरदास जी नूं मत्था टेकिया। ये निमरता का वाचक है। अपने विच जिहड़ी वड्डी चीज़ है गुरु नानक साहब ने बख्शिश की है, रख गरीबी वेस। महाराजा रणजीत सिंह जी ने उस चीज़ को अपनाया। और देखो जो कणक का अकाल पिया, कणक दी पंडा बन बन के लोगों के घर जा जाके सिर ते रख के छड्ड के आउणियां। आप नवाब कपूर सिंह जी को नवाबी मिली, वो कहते मैं नवाबी नहीं लैनी,
सारे सिंह कहण भाई साहब जी लै लो नवाबी मिल रही है, ਸਿੰਘਾਂ ਦਾ भी फायदा हो जू ਇਹਦੇ 'ਚ। कहने मैं नवाबी नहीं लैनी। फिर ਸਿੰਘਾਂ ने पूछा नवाबी क्यों नहीं लैनी? कहने मैनू ये फिर फिक्र हो जाना भी मेरी सेवा खुस जानी मेरे हथ, जे मैं नवाब बन गया तुसीं मैनूं झूठे भांडे नहीं मांजण देने, संगत नूं पक्खा नहीं करन देना, घोड़ियां दा इशनान नहीं करन देना, उहदा लिद्द नहीं हटाउण देनी। सारा पंथ कहता भाई साहब जी असीं नहीं रोकदे, तुसीं नवाबी भी लाओ, घोड़ियां दी लिद्द भी हटाओ, भांडे भी मांजो झूठे, लंगर भी वरताओ। एक सिख का किरदार दसदा तुहानूं, क्योंकि एक तो बाहरली सिੱਖੀ आ, जिन्हां जिन्हां ने महापुरखों की सेवावां कीतियां, मैं कहना भी उन्होंने जरूर सब नूं, जिन्हां ने बाबा जीवन सिंह कारसेवालां दे नाल रह के सेवा सीखी करनी सीखी, बाबा सोहण सिंह जी बीधी चंदीए महापुरख, बाबा दया सिंह जी इस इलाके च होए, असीं बड़े दर्शन करते रहे सारियां दे, और बड़े बड़े महापुरख इन्हां इलाकिਆਂ ਵਿੱਚ होए ने। उन्हां ਵਿੱਚ जो गुण सन साध संगत जी, बाबा सोहण सिंह जी बीधी चंद वाले महापुरख 1965 की लड़ाई ਵਿੱਚ भी बाबा जी ने देखो जाके 71 वाली लड़ाई ਵਿੱਚ भी जंग लगी दे विच भी जाके फौजियां नूं गुड़ ते छोले वंडदे रहे। मैं कहना बाबा जी तुसीं ना आओ अगे, होर सिंह भेज दो, तुहानूं गोली लगदी। वो कहंदे गोली नहीं लगदी, वो किहड़ी गोली जिहड़ी सोहण सिंह लग जू, बनी नहीं हले। पूर्ण पुरख महापुरखों ने साध संगत जी निमरता विच रह के सेवा कीती है। बाबा अवतार सिंह जी की जी गल करिए, असीं छोटे छोटे हुंदे सी उदों, 18 साल की उम्र च मैं मेहते आया महापुरखों कोले। बाबा जी उदों मेरा अंदाजा 9-10 साल दे सी शायद। सानू बाबा जी की खबर मेहते मिलती रहिंदी भी बाबा अवतार सिंह जी जिहड़े महापुरखों के भचंगी ने ना, वो हर वक्त लोह के उत्ते प्रशादा ही बनाउंदे रहिंदे, वो भांडे झूठे मांजदे रहिंदे आ। बाबा जी बचपन तो ही लैके बड़ी सेवा करते हैं। बाबा खड़क सिंह जी इस इलाके च होए कार सेवा वाले महापुरख, बाबा तारा सिंह जी सरियाड़ी वाले महापुरख होए। अज भी असीं इस इलाके जिहड़ी मर्जी सड़क पर चले जाओ तुहानूं इतिहासी थां मिलणगे। पहले पातशाह, दूजे, तीजे, चौथे, पंजवें, छेवें पातशाह तक जिन्ने भी इतिहासी जगह सानूं मिलदियां, और भाई अदली जी ने इत्थे भाई बीधी चंद जी ते किरपा कीती है, लागे ही अपने। तो इस करके साध संगत जी जिहड़ी वड्डी चीज़ है जिथों आप प्रारंभ करते हैं, अपनी चीज़ है निमरता तो, क्योंकि निमरता भी बख्शिश कीती है, नाम रस भी बख्शिश कीता है, वीर रस भी आपां नूं बख्शिश कीता महाराज ने। जदों श्री दरबार साहब दा स्थान बनाया ना सरोवर विच, श्री हरमंदर साहब की रचना हुई है। कुछ गुरसिखां ने बेनती की, महाराज जी ये नीवा है बहुत, पहला तो सरोवर ही नीवा, फिर दरबार साहब शहर नालों बड़ा नीवा बनिया। देखो दरबार साहब कितना नीवा स्थान बनया, ये उच्चा बनाना चाहिए सी आपां नूं। महाराज सच्चे पातशाह कहते असीं ये तां नीवा बनाया कि गुरु घर नीवें थां है, निमरता का वाचक है। चढ़ के नहीं आऊगा कोई दरबार साहब नूं, लहदा ही आऊ थल्ले नूं, थल्ले होके ही आऊ, पौड़ियां उतर के ही आऊ दरबार साहब। ये निमरता का वाचक है। तो इस करके सतगुरु सच्चे पातशाह ने किरपा की है, जिहड़े खालसे दे अंदर शुभ गुण सन, पुरातन गुरसिखां विच गुण सन, उन्हां दे नितनेम सन पुरातन गुरसिखां दे। विचार के देखिए उन्हां कोल किहड़ी चीज़। बहुत बार मैं चीज़ां सुनाइयां, कथा विच रिकॉर्ड भी कीतियां। अज भी असीं पेन ड्राइव नाल लैके आए, गुरु ग्रंथ साहिब की सारी कथा, गुरु नानक प्रकाश की सारी कथा, एक सहज पाठ,
ਔਰ ਨਾਲ ਮਾਤਾ ਸਾਹਿਬ ਕੌਰ ਦਾ ਚਿੱਤਰ, ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਫੋਟੋ। ਅਸੀਂ ਅਕਸਰ ਸੰਗਤ ਨੂੰ ਦਿੰਦੇ ਵੀ ਇਹਨਾਂ ਨੇ ਮਾਝੇ ਨੂੰ ਜੇ ਬਚਾਇਆ ਮਾੜੇ ਕਰਮਾਂ ਤੋਂ ਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਬਹੁਤ ਮਿਹਨਤ ਕੀਤੀ। ਕਿਉਂਕਿ ਮੈਂ ਇਸ ਇਲਾਕੇ 'ਚ ਉਹਨਾਂ ਨਾਲ ਆਉਂਦਾ ਰਿਹਾ, ਸੰਤ ਸਾਨੂੰ ਲੈ ਕੇ ਜਾਂਦੇ ਸੀ। ਅਸੀਂ ਕਿਹਾ ਵੀ ਇਹ ਲੋਕ ਕਰਦੇ ਕੀ ਹੈ? ਕਹਿੰਦੇ ਬਸ ਇਹ ਕੁਛ ਨਹੀਂ ਕਰਦੇ, ਕੋਈ ਪਾਠ ਨਹੀਂ ਕਰਦੇ, ਪੂਜਾ ਨਹੀਂ, ਬਸ ਇਹ ਤੇ ਘੋੜੀਆਂ ਤੇ ਬਲੈਡਰ ਰੱਖ ਕੇ ਬਾਰਡਰ ਟਪਾਈ ਜਾਂਦੇ ਰਹਿੰਦੇ। ਉਦੋਂ ਹਾਲਾਤ ਸੀਗੇ ਆਪਣੇ, ਹੁਣ ਇਹ ਹਾਲਾਤ ਠੱਲ ਪਈ ਆ, ਤਾਰਾਂ ਤੂਰਾਂ ਲੱਗ ਗਈਆਂ। ਪਹਿਲਾਂ ਇੱਦਾਂ ਹੀ ਕਰਦੇ ਸੀ ਸਾਰੇ, ਕੇਸ ਕਟਾਉਣੇ, ਨਸ਼ੇ ਕਰਨੇ। ਉਹਨਾਂ ਨੇ ਆਪਣੇ ਸਮੇਂ ਵਿੱਚ ਬਹੁਤ ਗੁਰਸਿੱਖਾਂ ਨੂੰ ਸਿੰਘ ਸਜਾਇਆ, ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸਾਧ ਸੰਗਤ ਮਨ ਦੇ ਅੰਦਰ ਦਰਦ ਤਾਂ ਬੜਾ ਹੁੰਦਾ। ਇਹ ਇੱਕ ਚੀਜ਼ ਹੁੰਦੀ ਜਦੋਂ ਸ਼ੁਰੂ ਤੋਂ ਲੈ ਕੇ ਜੀ ਧਰਮ ਵਾਸਤੇ, ਧਰਮ ਦੇ ਬਚਾਓ ਲਈ, ਧਾਰਮਿਕ ਸਥਾਨਾਂ ਦੇ ਬਚਾਓ ਲਈ, ਗੁਰੂਆਂ ਦੀ ਚਲਾਈ ਮਰਿਆਦਾ ਲਈ ਕੋਸ਼ਿਸ਼ ਕਰਦੇ। ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਕਿ ਧਰਮ ਨੂੰ ਖਤਮ ਕਰੀਏ, ਸਿੱਖੀ ਨੂੰ ਖਤਮ ਕਰੀਏ, ਪੰਜਾਬ ਨੂੰ ਖਤਮ ਕਰੀਏ, ਪਰ ਉਹਨਾਂ ਸਾਰੀਆਂ ਮਰਿਆਦਾਵਾਂ ਨੂੰ ਕਾਇਮ ਰੱਖਣ ਵਾਸਤੇ ਯੋਧਿਆਂ ਨੇ ਆਪਣੇ ਸ਼ਾਹਿਦੀ ਕਹਿੰਦੇ ਗਵਾਹੀ ਨੂੰ ਗਵਾਹੀ ਦਿੱਤੀ, ਖੂਨ ਡੋਲ ਕੇ ਆਪਣੀ ਗਵਾਹੀ ਦਿੱਤੀ ਕਿ ਸਾਨੂੰ ਆਪਣੇ ਸਤਿਗੁਰਾਂ ਦੇ ਅਸਥਾਨਾਂ ਨਾਲ, ਸਤਿਗੁਰਾਂ ਦੀ ਮਰਿਆਦਾ ਨਾਲ ਪਿਆਰ ਹੈ। ਕਿਉਂਕਿ ਇਹ ਇੱਕ ਕਾਨੂੰਨ ਹੈ, ਜਦ ਤੱਕ ਸ਼ਹੀਦੀ ਨਹੀਂ ਦਿੱਤੀ ਜਾਂਦੀ। ਸ਼ਹੀਦੀ ਵਿੱਚ ਕੀ ਗੱਲ ਹੈ, ਕਿਉਂ ਦਿੱਤੀ ਜਾਂਦੀ ਹੈ? ਜਦ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਨੂੰ 7 ਪੁਸ਼ਤਾਂ ਦਾ ਰਾਜ ਬਖਸ਼ਿਸ਼ ਕੀਤਾ, ਨਿਰਵੈਰ ਸਤਿਗੁਰ ਹੈ। ਜੇ ਆਪਣੇ ਵਾਂਗੂ ਉਹਨਾਂ ਦੇ ਅੰਦਰ ਕੜੱਤਣ ਹੁੰਦੀ, ਨਫ਼ਰਤ ਹੁੰਦੀ, ਵੈਰ ਜਿਹਾ ਹੁੰਦਾ, ਕਹਿੰਦੇ ਓਏ ਤੁਸੀਂ ਤੁਰਕੋਂ, ਅਸੀਂ ਤੁਹਾਨੂੰ ਰਾਜ ਨਹੀਂ ਦੇਣਾ। ਖੁਦ ਹੀ ਤੁਰਕਾਂ ਨੂੰ ਰਾਜ ਦੇ ਰਹੇ, ਕਿਉਂਕਿ ਸਾਰੀ ਸ੍ਰਿਸ਼ਟੀ ਦੀ ਸਾਜਨਾ ਹੀ ਉਹਨਾਂ ਨੇ ਕੀਤੀ। ਹਲੇ ਆਪਾਂ ਉੱਥੇ ਤੱਕ ਪਹੁੰਚੇ ਨਹੀਂ। ਸਾਧ ਸੰਗਤ ਦੀ ਅਵਸਥਾ ਹੀ ਐਸੀ ਹੁੰਦੀ ਹੈ ਕਿ ਮਹਾਰਾਜ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮੇ ਅਪਰਾਧੀ ਤੁਮ ਬਖਸ਼ਾਤੇ। ਨਿਰਵੈਰਤਾ ਹੈ ਬਸ। ਕਈ ਮਹਾਂਪੁਰਖਾਂ ਦੀ ਸੰਗਤ ਨੂੰ ਸਮਝ ਨਹੀਂ ਲੱਗਦੀ ਹੁੰਦੀ। ਕਿਉਂ? ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਵੇਰੇ ਉੱਠ ਕੇ ਚਾਹ ਪੀਣੀ, ਰੋਟੀ ਖਾਣੀ ਹੈ, ਗਲਤ ਕੰਮ ਕਰਨੇ ਨੇ, ਜਿਨ੍ਹਾਂ ਨੂੰ ਧਰਮ ਦੀ ਨੌਲੇਜ ਹੀ ਹੈ ਨਹੀਂ ਕੋਈ, ਉਹਨਾਂ ਨੂੰ ਅਵਸਥਾ ਦੀ ਕੀ ਜ਼ਿਕਰ ਕਰੀਏ। ਕਈ ਮਹਾਂਪੁਰਖ ਜਿਹੜੇ ਐਸੇ ਹੋਏ ਨੇ ਸੰਸਾਰ ਦੇ ਅੰਦਰ, ਉਹਨਾਂ ਮਹਾਂਪੁਰਖਾਂ ਬਾਰੇ ਆਪਾਂ ਹੁਣ ਕਈ ਵਾਰ ਹੁਣ ਜਾ ਕੇ ਸਮਝ ਲੱਗਦੀ ਕਿ ਉਹ ਬੜੀ ਉੱਚੀ ਗੱਲ ਕੀਤੀ ਸੀ ਉਹਨਾਂ ਨੇ। ਸੋ ਇਸ ਕਰਕੇ ਸਾਧ ਸੰਗਤ ਜੀ, ਮਹਾਂਪੁਰਖਾਂ ਬਾਰੇ, ਗੁਰਸਿੱਖਾਂ ਬਾਰੇ ਸਮਝਣਾ, ਮਹਾਰਾਜ ਜੀ ਬਾਰੇ ਸਮਝਣਾ, ਇਹ ਬਹੁਤ ਔਖਾ ਹੁੰਦਾ। ਇਸ ਕਰਕੇ ਗਵਾਹੀ ਦੇਣੀ, ਸ਼ਾਹਿਦੀ ਦੇਣੀ, ਸ਼ਹੀਦੀ ਦੇਣੀ ਆਪਣੀ। ਸਤਿਗੁਰੂ ਨਾਨਕ ਸਾਹਿਬ ਨੇ ਇਹ ਵਚਨ ਕੀਤਾ ਵੀ ਇਹ 7 ਪੁਸ਼ਤਾਂ ਦਾ ਰਾਜ ਤੈਨੂੰ ਬਖਸ਼ਿਸ਼ ਕੀਤਾ। ਰਾਜੇ ਦਾ ਕੰਮ ਹੁੰਦਾ ਪ੍ਰਜਾ ਦੀ ਰੱਖਿਆ ਕਰਨੀ, ਸਾਰੇ ਧਰਮਾਂ ਦੀ ਰੱਖਿਆ ਕਰਨੀ, ਸਾਰਿਆਂ ਨੂੰ ਸੁਖੀ ਰੱਖਣਾ। ਉਹ ਗੁਰੂ ਨਾਨਕ ਸਾਹਿਬ ਦੇ ਉਹਨਾਂ ਵਚਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਮਾਇਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਮੰਦਿਰ ਬਣਵਾਏ ਹਿੰਦੂਆਂ ਲਈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਮਸੀਤਾਂ ਬਣਵਾਈਆਂ। 6ਵੇਂ ਪਾਤਸ਼ਾਹ ਨੇ ਵੀ ਜਦ ਮਸੀਤ ਬਣਵਾ ਕੇ ਦਿੱਤੀ ਸ੍ਰੀ ਹਰਗੋਬਿੰਦਪੁਰ ਸਾਹਿਬ, ਕਿਉਂਕਿ ਸਤਿਗੁਰਾਂ ਦੇ ਮਨ ਦੇ ਅੰਦਰ ਕਿਸੇ ਪ੍ਰਤੀ ਵੈਰ ਨਹੀਂ। ਵਾਸਤਵ ਦੇ ਵਿੱਚ ਸਾਰੇ ਧਰਮ ਇੱਕੋ ਹੀ ਹੁੰਦੇ ਨੇ। ਧਰਮ ਸਦਾ ਧਰਮ ਨਹੀਂ ਲੜਦੇ, ਧਾਰਮਿਕ ਗ੍ਰੰਥ ਨਹੀਂ ਲੜਦੇ ਇੱਕ ਦੂਜੇ ਨਾਲ, ਪਰ ਧਾਰਮਿਕ ਮਨੁੱਖ ਲੜਦੇ ਨੇ। ਉਹ ਵੀ ਜਿਹੜੇ ਸਹੀ ਧਾਰਮਿਕ ਨਹੀਂ ਹੁੰਦੇ, ਜਿਨ੍ਹਾਂ ਦੇ ਅੰਦਰ ਇੱਕ ਚੀਜ਼ ਗਲਤ ਪ੍ਰਵੇਸ਼ ਹੋ ਜਾਂਦੀ ਹੈ ਕਿ ਜਿਹੜੇ ਧਰਮ ਦੇ ਵਿੱਚ ਰਾਜਨੀਤੀ ਨੂੰ ਪ੍ਰਵੇਸ਼ ਕਰਕੇ ਉਹਦਾ ਫਾਇਦਾ ਲੈਣਾ ਚਾਹੁੰਦੇ ਹਨ। ਆਪਣੇ ਸਾਹਮਣੇ ਸਾਰਾ ਕੁਝ ਹੁੰਦਾ ਹੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰਿਆਂ ਨਾਲ ਇੱਕੋ ਜਿਹਾ ਵਰਤਾਅ ਕੀਤਾ। 40 ਸਾਲ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਾਂਸੀ ਨਹੀਂ ਦਿੱਤੀ ਕਿਸੇ ਨੂੰ।
ਇਹ ਰਿਕਾਰਡ ਆ ਉਹਨਾਂ ਦਾ। ਔਰ ਮਹਾਰਾਜਾ ਰਣਜੀਤ ਸਿੰਘ ਜੀ ਵਿੱਚ ਇਹ ਚੀਜ਼ ਸੀ ਕਿ ਗ੍ਰੰਥੀ, ਪਾਠੀ, ਰਾਗੀ ਬਹੁਤ ਸਤਿਕਾਰ ਕਰਦੇ ਸੀ, ਕਿਉਂਕਿ ਸਾਡਾ ਕੁਦਰਤੀ ਆ, ਮੇਰਾ ਹੁਣੇ ਵਾਹ ਪਿਆ ਹੈ ਇਸ ਲਾਈਨ ਦੇ ਨਾਲ। ਪਹਿਲਾਂ ਤੋਂ ਅਸੀਂ ਸਤਿਗੁਰੂ ਗ੍ਰੰਥ ਸਾਹਿਬ, ਇਤਿਹਾਸ ਦੀ ਕਥਾ, ਹੋਰ ਬਹੁਤ ਕੁਝ ਕੀਤਾ, ਪਰ ਇਸ ਵਾਰੀ ਮੈਨੂੰ ਥੋੜਾ ਜਿਹਾ ਇਤਿਹਾਸ ਵੱਲ ਜਾਣ ਦਾ ਮੌਕਾ ਮਿਲਿਆ। ਕਿਉਂ ਆਪੋ ਆਪਣੇ ਤੁਹਾਡੇ ਮਨ ਜ਼ਿਆਦਾ ਕਰੜੇ ਆ, ਸਾਡੇ ਨਰਮ ਥੋੜੇ ਜਿਹੇ। ਜਦੋਂ ਪਰਸੋਂ ਵੀ ਸਭਰਾ ਗਏ ਸੀ ਨਗਰ, ਭਾਈ ਸ਼ਾਮ ਸਿੰਘ ਅਟਾਰੀ ਦੇ ਥਾਂ ਨੂੰ ਜਿੱਥੇ ਸ਼ਹੀਦੀ ਪਾਈ, ਉਹਨਾਂ ਨੇ ਦਰਸ਼ਨ ਕੀਤੇ ਆ। ਮਨ ਨੂੰ ਦੁੱਖ ਵੀ ਹੁੰਦਾ ਵੀ ਇੱਥੇ ਸਾਡੇ ਸਿੰਘ ਸ਼ਹੀਦ ਹੋਏ। ਉਸ ਤੋਂ ਜ਼ਿਆਦਾ ਦੁੱਖ ਹੁੰਦਾ ਜਦੋਂ ਗਦਾਰਾਂ ਨੇ ਗਦਾਰੀ ਕੀਤੀ, ਬਰੂਦ ਦੀ ਜਗ੍ਹਾ ਤੇ ਸਰੋਂ ਹੀ ਭੇਜ ਦਿੱਤੀ ਤੇ ਆਪ ਚਲੇ ਗਏ ਤੇ ਪੋਲ ਹੀ ਤੋੜ ਦਿੱਤਾ ਬੇੜੀਆਂ ਦਾ। ਫੇਰੂ ਪਿੰਡ ਪਰਲੇ ਪਾਸੇ ਹੀ ਪੈਂਦਾ ਉੱਥੇ। ਇਸ ਕਰਕੇ ਸਾਧ ਸੰਗਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 7 ਪੁਸ਼ਤਾਂ ਦਾ ਰਾਜ ਬਖਸ਼ਿਸ਼ ਕਰਕੇ ਕਿਹਾ, ਬਾਬਰ ਜ਼ੁਲਮ ਨਾ ਕਰਿਓ, ਪਰਜਾ ਤੇ ਜ਼ੁਲਮ ਨਾ ਕਰਿਓ, ਕਿਸੇ ਨੂੰ ਸਤਾਇਓ ਨਾ, ਤੰਗ ਨਾ ਕਰਿਓ। ਜੇ ਤੁਸੀਂ ਗਲਤੀ ਕਰੋਗੇ, ਉੱਥੇ ਸਤਿਗੁਰਾਂ ਨੇ ਜਿਹੜਾ ਬਚਨ ਕਿਹਾ, ਕੁਝ ਬਚਨ ਹੁੰਦੇ ਨੇ ਜਿਹੜੇ ਤੁਸੀਂ ਨੋਟ ਨਹੀਂ ਕਰਦੇ, ਉੱਥੇ ਸਤਿਗੁਰਾਂ ਨੇ ਬਚਨ ਕਿਹਾ, ਫੇਰ ਅਸੀਂ ਸਿਰ ਦੇ ਕੇ ਵੀ ਰਾਜ ਵਾਪਸ ਲੈ ਲਵਾਂਗੇ। ਇਹ ਬਚਨ ਅਸੀਂ ਫਿਰ ਸਿਰ ਦੇ ਕੇ ਵੀ ਵਾਪਸ ਲੈ ਲਵਾਂਗੇ। ਮਹਾਰਾਜ ਨੂੰ ਆਉਣ ਵਾਲਾ ਸਾਰਾ ਸਮਾਂ ਪਤਾ ਸੀ ਵੀ ਅਸੀਂ ਇਹਨਾਂ ਨੂੰ ਰਾਜ ਦਿੱਤਾ, ਇਹਨਾਂ ਨੇ ਗਲਤੀਆਂ ਕਰਨੀਆਂ, ਫਿਰ ਸਾਨੂੰ ਸੀਸ ਦੇਣੇ ਪੈਣੇ ਆ, ਸ਼ਹੀਦੀਆਂ ਦੇ ਕੇ ਵੀ ਅਸੀਂ ਆਪਣਾ ਰਾਜ ਵਾਪਸ ਲੈ ਲਾਂ। ਹੁਣ ਜਿਨ੍ਹਾਂ ਕੋਲ ਰਾਜ ਹੁੰਦਾ ਉਹ ਕਿਉਂ ਹੁੰਦਾ? ਇਹ ਚੀਜ਼ ਆਪਾਂ ਸੁਣਦੇ ਕਿ ਤਪੋ ਰਾਜ ਤੇ ਰਾਜੋ ਨਰਕ। ਸਾਧ ਸੰਗਤ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਨੇ ਦੁਨੀਆ 'ਚ, ਵੱਡੇ ਬੰਦੇ ਹੋਏ ਨੇ, ਇਹਨਾਂ ਦੇ ਪਿਛਲੇ ਜਨਮਾਂ ਦੀ ਸੇਵਾ ਬਹੁਤ ਹੁੰਦੀ ਹੈ, ਬੰਦਗੀ ਬੜੀ ਕੀਤੀ ਹੁੰਦੀ ਹੈ। ਰਾਜੇ ਮਹਾਰਾਜੇ ਬੰਦਗੀ ਕਰਕੇ ਕਰਦੇ 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 ਪਹਿਲਾਂ ਤਾਂ ਇੱਛਾ ਰੱਖਦੇ ਨੇ ਪਰਮਾਤਮਾ ਦੀ ਪ੍ਰਾਪਤੀ ਦੀ, ਫਿਰ ਜਦੋਂ ਪਰਮਾਤਮਾ ਸਾਹਮਣੇ ਖੜ ਜਾਂਦੇ ਨੇ ਆ ਕੇ, ਉਹ ਇਹ ਗੱਲ ਕਹਿੰਦੇ ਨੇ, ਮੰਗ ਕੀ ਮੰਗਦਾ। ਹੁਣ ਆਪਾਂ ਜਿੰਨੇ ਜਾਣੇ ਬੈਠੇ ਆ ਇੱਥੇ, ਹੁਣ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋ ਜਾਣ ਉਸ ਰੂਪ ਦੇ ਵਿੱਚ, ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਰੂਪ ਵਿੱਚ ਖੜ ਜਾਣ, ਕੱਲੇ ਕੱਲੇ ਨੂੰ ਆਪਾਂ ਨੂੰ ਪੁੱਛਣ ਕੀ ਮੰਗਦਾ, ਬੋਲ ਕੀ ਚਾਹੀਦਾ ਤੈਨੂੰ। ਆਪਾਂ ਪਿੱਛੋਂ ਤਿਆਰ ਹੋ ਕੇ ਨਹੀਂ ਆਏ ਵੀ ਅਸੀਂ ਮੰਗਣਾ, ਉੱਥੇ ਕੀ ਮੰਗਣਾ, ਜੋ ਫਿਰ ਸਾਡੇ ਦਿਲ 'ਚ। ਹੁਣ ਜੇ ਕਿਸੇ ਦਾ ਸਿਰ ਦੁਖਦਾ ਬਹੁਤ, ਉੱਥੇ ਹੀ ਖੜ ਜਾਣਾ। ਮਹਾਰਾਜ ਜੀ ਸਿਰ ਨਹੀਂ ਹਟਦਾ। ਜਿਵੇਂ ਕਿਸੇ ਨੇ ਦਰਸ਼ਨ ਹੋਏ, ਚੰਡੀਗੜ੍ਹ ਦੀ ਗੱਲ ਹੈ, ਮਹਾਰਾਜ ਜੀ ਕਹਿੰਦੇ ਬੋਲ ਕੀ ਮੰਗਦਾ, ਕੀ ਇੱਛਾ। ਉਹ ਕਹਿੰਦਾ ਮਹਾਰਾਜ ਮੇਰੀਆਂ ਅੱਖਾਂ ਟੀਰੀਆਂ ਨੇ ਦੋਵੇਂ, ਤੇ ਲੋਕ ਮੈਨੂੰ ਟੀਰਾ ਕਹਿ ਕੇ ਬੁਲਾਉਂਦੇ, ਇਹ ਠੀਕ ਕਰ ਦਿਓ। ਮਹਾਰਾਜ ਜੀ ਕਹਿੰਦੇ ਅੱਖਾਂ ਬੰਦ ਕਰ। ਕਹਿੰਦਾ ਜਾ ਹੁਣ ਸ਼ੀਸ਼ੇ ਦੇਖ, ਅੱਖਾਂ ਠੀਕ ਹੋ ਗਈਆਂ। ਮਹਾਰਾਜ ਜੀ ਚਲੇ ਗਏ। ਕੀ ਮੰਗਿਆ? ਕੁਛ ਵੀ ਨਹੀਂ ਮੰਗਿਆ। ਰਾਜੇ ਦੇ ਘਰੋਂ ਤੂੜੀ ਦੀ ਵੰਡ ਮੰਗ ਲਈ। ਹੁਣ ਆਪਾਂ ਨੂੰ ਸਤਿਗੁਰੂ ਪੁੱਛਣ, ਮਾਈਆਂ ਨੂੰ ਪੁੱਛਣ, ਸਾਡੇ ਨਾਂ ਦੇ ਪੁੱਤ ਨਹੀਂ ਹੁੰਦਾ, ਇਹਨਾਂ ਨੇ ਇੱਥੇ ਹੀ ਮੁੜਨਾ। ਸਾਡੇ ਨਾਲ ਫਲਾਨੀ ਚੀਜ਼ ਐ ਨਹੀਂ ਹੁੰਦੀ, ਮੇਰਾ ਨਾ ਬੜਾ ਦਰਦ ਰਹਿੰਦਾ ਲੱਕ 'ਚ। ਤੁਹਾਨੂੰ ਪੁੱਛਣਗੇ ਸਾਡੀ ਉਹ ਪੈਲੀ ਏਦਾਂ ਨਹੀਂ ਹੁੰਦੀ, ਸਾਡਾ ਉਹ ਐ ਨਹੀਂ ਹੁੰਦਾ। ਤੁਹਾਨੂੰ ਜੇ ਪ੍ਰਮਾਤਮਾ ਮਿਲੇ ਤਾਂ ਤੁਸੀਂ ਪ੍ਰਮਾਤਮਾ ਤੋਂ ਕੀ ਮੰਗੋਗੇ, ਇਹਦੇ ਲਈ ਸਾਨੂੰ ਪਹਿਲਾਂ ਤਿਆਰ ਰਹਿਣਾ ਪੈਣਾ। ਇਹਦੇ ਵਿੱਚ ਵੀ ਇੱਕ ਕਮੀ ਹੁੰਦੀ ਹੈ। ਬਚਪਨ ਵਿੱਚ ਜਦੋਂ ਮੈਂ ਅੰਮ੍ਰਿਤ ਵੀ ਨਹੀਂ ਛਕਿਆ, ਮੈਂ ਸਭ ਤੋਂ ਪਹਿਲਾਂ ਇੱਕ ਮਹਾਂਪੁਰਖ ਜਿਨ੍ਹਾਂ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ, ਚਲੋ ਉਹਨਾਂ ਦੇ ਦਰਸ਼ਨ ਵੀ ਮੈਂ ਦੂਰੋਂ ਦੂਰੋਂ ਕੀਤੇ ਛੋਟੇ ਹੁੰਦੇ ਨੇ। ਜਦੋਂ ਮੈਂ ਪਟਿਆਲੇ ਰਹਿੰਦਾ ਸੀ ਕਿਸੇ ਗੁਰਮੁਖਾਂ ਦੇ ਘਰੇ, ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਬੱਚਾ ਸੀ ਜਿਹੜਾ ਰਾੜੇ ਵਾਲੇ ਸੰਤਾਂ ਦੇ ਨਾਲ ਕੀਰਤਨ ਕਰਦਾ ਸੀ, ਬਾਬਾ ਈਸਰ ਸਿੰਘ ਜੀ ਨਾਲ। ਉਹਨਾਂ ਦੀ ਨਾਨੀ ਸੀ। ਰਾੜੇ ਵਾਲੇ ਸੰਤ ਕੀਰਤਨ ਕਰਨ ਵਾਸਤੇ ਦਬਲਾਨ ਆਏ। ਨਾਨੀ ਉਹਨਾਂ ਦੀ ਕਹਿੰਦੀ, ਪੁੱਤ ਜੇ ਸੰਤਾਂ ਨੂੰ ਮਿਲੀਏ ਨਾ, ਤੂੰ ਹੁਣ ਪੜ੍ਹਦਾ, ਤੂੰ ਐ ਨਾ ਕਹੀਂ ਮੈਂ ਪਾਸ ਹੋ ਜਾ, ਮੇਰੇ ਨੰਬਰ ਆ ਜਾਣ ਮੇਰੇ, ਇਹ ਨਾ ਮੰਗੀ। ਸਿਆਣੀ ਮਾਤਾ ਨੇ ਮੈਨੂੰ ਸਮਝਾਇਆ।
ਸੰਤਾਂ ਤੋਂ ਮੰਗੀ ਨਾਮਦਾਨ ਤੇ ਸਿੱਖੀ, ਆ ਦੋ ਚੀਜ਼ਾਂ ਮੰਗੀ। ਉਹ ਮੇਰੇ ਛੋਟੇ ਹੁੰਦੇ ਦੇ ਉਹਨਾਂ ਨੇ ਗੱਲ ਅੰਦਰ ਪਾ ਦਿੱਤੀ। ਇਹ ਵੀ ਕਿਸਮਤ ਦੀ ਗੱਲ ਹੈ। ਕਿਉਂ? ਇਹ ਅਸੀਂ ਆਪਣੇ ਬੱਚਿਆਂ ਦੇ ਮਨ 'ਚ ਕਦੇ ਪਾਇਆ ਹੀ ਨਹੀਂ। ਇਹ ਵੀ ਸੱਚੀ ਗੱਲ ਹੈ ਵੀ ਜਦੋਂ ਸਾਡੇ ਪੇਪਰ ਆਉਂਦੇ ਸੀ ਨਾ, ਇਮਤਿਹਾਨ ਆਉਂਦੇ ਸੀ, ਮੈਂ ਉਹ 1 ਸਾਲ ਬਾਅਦ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂਦਾ ਹੀ ਛੋਟਾ ਹੁੰਦਾ ਵੀ ਹੁਣ ਬਾਬੇ ਦੀ ਲੋੜ ਆ, ਹੁਣ ਦੇਖ ਕਰਾਓ ਬਾਬਾ ਨੰਬਰ ਚੰਗੇ ਆ ਜਾਣ। ਆਪਾਂ ਨੂੰ ਜਦੋਂ ਲੋੜ ਹੁੰਦੀ ਆ ਉਦੋਂ ਹੀ ਆਪਾਂ ਮਹਾਰਾਜ ਕੋਲ ਆਉਂਦੇ ਆ। ਇਹਨੂੰ ਪਿਆਰ ਨਹੀਂ ਕਹਿੰਦੇ, ਇਹ ਪ੍ਰੇਮ ਨਹੀਂ। ਪ੍ਰੇਮ ਤਾਂ ਉਹ ਹੁੰਦਾ ਕਿ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਇਹ ਇੱਕ ਪਿਆਰ ਹੁੰਦਾ, ਇੱਕ ਮਤਲਬ ਹੁੰਦਾ। ਆਪਣੀਆਂ ਫੌਜਾਂ ਸ਼ਹੀਦ ਹੋਈਆਂ ਇਸ ਪਿੰਡ ਚੋਂ, 5 ਸਿੰਘ ਦੱਸੇ 5 ਪੱਤੀਆਂ ਚੋਂ ਆ ਕੇ ਮੈਂ ਅੱਜ ਹੀ ਇਤਿਹਾਸ ਪਤਾ ਕੀਤਾ। ਮੈਂ ਸਿੰਘਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਉਹ ਗਏ ਗੋਏ ਕਿਤੇ ਨਹੀਂ, ਇੱਥੇ ਹੀ ਨੇ। ਕਿਉਂਕਿ ਸ਼ਹੀਦ ਸਿੰਘਾਂ ਨੂੰ ਇੰਨੀ ਖੁੱਲੀ ਛੁੱਟੀ ਹੁੰਦੀ ਹੈ, 3 ਲੋਕਾਂ ਵਿੱਚ ਜਿੱਥੇ ਮਰਜ਼ੀ ਜਾ ਸਕਦੇ ਆ, ਖੁੱਲੀਆਂ ਛੁੱਟੀਆਂ ਇਹਨਾਂ ਨੂੰ। ਜੇ ਕੋਈ ਕਹੇ ਨਾ ਅਸੀਂ ਕਰਦੇ ਆ ਕੁਛ, ਇਹ ਭੁੱਲ ਜਾਓ, ਉਹੀ ਕਰਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਆ, 10ਵੇਂ ਪਾਤਸ਼ਾਹ ਕਰਦੇ ਆ, ਸਾਡੀਆਂ ਫੌਜਾਂ ਕਰਦੀਆਂ। ਇੱਥੋਂ ਤੱਕ ਵੀ ਜਿਹੜੀ ਅਸੀਂ ਕਥਾ ਵੀ ਕਰਦੇ ਆ ਨਾ, ਇਹ ਵੀ ਆਪ ਨਹੀਂ ਕਰਦੇ। ਟਕਸਾਲ ਦਾ ਕੋਈ ਸਿੰਘ ਕਥਾ ਕਰਦਾ, ਕਲਗੀਧਰ ਮਹਾਰਾਜ ਜੀ ਲਾਜ ਰੱਖਦੇ, ਬਸ ਕਥਾ ਸਾਨੂੰ ਨਹੀਂ ਆਉਂਦੀ। ਕੀਰਤਨ ਵੀ ਉਹ ਆਪ ਹੀ ਕਰਵਾਉਂਦੇ ਨੇ ਗੁਰਸਿੱਖਾਂ ਤੋਂ। ਕਥਾ ਦੀ ਦਾਤ ਵੀ ਉਹਨਾਂ ਨੇ ਆਪ ਬਖਸ਼ਿਸ਼ ਕੀਤੀ ਹੈ। ਜਦ ਪੰਡਤ ਨੇ ਜਵਾਬ ਹੀ ਦੇਤਾ, ਚੇਤ ਦੀ ਸੰਗਰਾਂਦ ਦੀ ਕਥਾ ਕਰਨੀ ਸੀ, ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ, ਉਹਦੇ ਬਾਰ-ਬਾਰ ਸੱਜੇ ਪਾਸੇ ਇੱਕ ਸੰਗਵਾਰ ਦੀ ਪਾਲਕੀ ਜੀ ਬਣੀ ਹੈ, ਇੱਥੇ ਸੰਗਰਾਂਦ ਦੀ ਕਥਾ ਹੁੰਦੀ, ਸੰਗਤ ਇਕੱਠੀ ਹੁੰਦੀ ਸੀ। ਮਹਾਰਾਜ ਜੀ ਆ ਕੇ ਸਜ ਗਏ, 5ਵੇਂ ਪਾਤਸ਼ਾਹ, ਸੰਗਤ ਬੈਠੀ ਬਹੁਤ। ਪੰਡਿਤ ਜੀ ਨੂੰ ਉਡੀਕਦਿਆਂ ਉਡੀਕਦਿਆਂ ਅੱਧਾ ਘੰਟਾ ਲੰਘ ਗਿਆ। ਮਹਾਰਾਜ ਕਹਿੰਦੇ ਉਹ ਆਇਆ ਹੀ ਨਹੀਂ ਕਥਾ ਕਰਨ, ਭਾਈ ਬੁਲਾ ਕੇ ਲਿਆਓ। ਸੰਗਤ ਬੁਲਾਉਣ ਗਈ, ਕਹਿੰਦੇ ਕਥਾ ਮੈਂ ਕਰਦਾ, ਮੇਰੀ ਕਥਾ ਕਰਕੇ ਇੰਨਾ ਇਕੱਠ ਹੁੰਦਾ, ਮੱਥਾ ਤੁਸੀਂ ਗੁਰੂ ਅਰਜਨ ਦੇਵ ਨੂੰ ਟੇਕਦੇ ਹੋ। ਉਹ ਸੱਤੇ ਬਲਵੰਡੇ ਵਾਲੀ ਗੱਲ ਆ ਗਈ ਨਾ। ਕਹਿੰਦੇ ਕੀਰਤਨ ਅਸੀਂ ਕਰਦੇ ਆ ਤੇ ਪੈਸੇ ਤੁਸੀਂ ਮਾਰਨ ਦੇਈ ਜਾਂਦੇ ਹੋ, ਸਾਨੂੰ ਪੈਸੇ ਦਿਆ ਕਰੋ ਨਾ। ਇਸ ਕਰਕੇ ਉਹ ਪੰਡਤ ਨਾ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਨੂੰ, ਕਹਿੰਦੇ ਬਾਬਾ ਜੀ ਇਹ ਦਾਤ ਆਪਾਂ ਨਾ ਗੁਰਸਿੱਖਾਂ ਨੂੰ ਹੀ ਦੇ ਦਿੰਦੇ ਆ ਕਥਾ ਦੀ। ਸਤਿਗੁਰਾਂ ਨੇ ਸਿਰ ਤੇ ਹੱਥ ਰੱਖ ਕੇ ਗੁਰਸਿੱਖਾਂ ਤੋਂ ਹੀ ਕਥਾ ਕਰਾਉਣੀ ਸ਼ੁਰੂ ਕਰਤੀ। ਜਦੋਂ ਸੱਤੇ ਬਲਵੰਡੇ ਨੇ ਜਵਾਬ ਦੇਤਾ, ਮਹਾਰਾਜ ਜੀ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਮਾਣ ਆਦਰ ਦਿੰਦੇ ਸੀ, ਵਡਿਆਈ ਦਿੰਦੇ ਸੀ, ਇਹ ਆ ਰੋਟੀ ਚੱਲਦੀ, ਇਹਨਾਂ ਨੂੰ ਪਚੀ ਨਹੀਂ ਇਹ ਗੱਲ। ਭਾਈ ਮਰਦਾਨਾ ਜੀ, ਭਾਈ ਦਾਨਾ ਦਾਲਾ ਜੀ, ਭਾਈ ਸੱਤੇ ਬਲਵੰਡੇ ਜੀ, ਭਾਈ ਬਾਬਕ ਜੀ। ਸੋ ਇਸ ਕਰਕੇ ਅੱਗੇ ਵੀ ਫਿਰ ਚਲੋ ਚੱਲਦੇ ਰਹੇ, ਬਖਸ਼ ਲਏ ਸੱਚੇ ਪਾਤਸ਼ਾਹ ਨੇ। ਮਾਤਾ ਸਾਹਿਬ ਕੌਰ ਜੀ ਦਾ ਆਨੰਦ ਕਾਰਜ ਵੀ ਇਹਨਾਂ ਦੀ ਕੋਲ ਦੇ ਰਾਗੀਆਂ ਨੇ ਕਰਾਇਆ ਸੀ, ਉਹ ਇਤਿਹਾਸ ਪੜ੍ਹਦੇ ਹੋਏ ਸਾਹਮਣੇ ਆਈ ਜੀ। ਇਸ ਕਰਕੇ ਸਤਿਗੁਰਾਂ ਨੇ ਫਿਰ ਕਿਹਾ ਕੀਰਤਨ, ਚਲੋ ਕੀਰਤਨ ਕਹਿੰਦੇ ਅਸੀਂ ਉਹ ਕਰਦੇ ਹਾਂ। ਫਿਰ ਸਾਰੇ ਬਿਠਾ ਲਏ, ਕੋਈ ਜੋੜੀ ਵਜਾਉਣ ਲੱਗ ਗਿਆ ਗੁਰਸਿੱਖ, ਕੋਈ ਤੰਬੂਰਾ ਵਜਾਉਣ ਲੱਗ ਪਿਆ। ਸਤਿਗੁਰਾਂ ਨੇ ਸਾਨੂੰ ਇਹ ਦਾਤਾਂ ਬਖਸ਼ਿਸ਼ ਕੀਤੀਆਂ, ਕਥਾ ਦੀਆਂ, ਕੀਰਤਨ ਦੀਆਂ ਦਾਤਾਂ। ਲੱਗਦਾ ਹੈ ਕਿ ਆਪਾਂ ਚਲਾਉਂਦੇ ਆ ਸਭ ਕੁਝ, ਪਰ ਗਲਤੀ ਆਪਣੀ ਇਹ ਆ ਵੀ ਇਹ ਚਲਾਉਂਦੇ ਨਹੀਂ ਆਪਾਂ ਕੁਝ। ਇਸ ਗੱਲ ਨੂੰ ਦਿਲ ਚੋਂ ਕੱਢ ਦਿਓ। ਆ ਜੋ ਵੀ ਚੱਲਦਾ ਨਾ ਆਪਣਾ, ਇਹ ਸਾਰਾ ਕੁਝ ਸ਼ਹੀਦ ਸਿੰਘ ਮਹਾਰਾਜ ਜੀ ਆਪੇ ਹੀ ਚਲਾਉਂਦੇ ਨੇ, ਆਪੇ ਹੀ ਮਿਹਰ ਕਰਦੇ ਨੇ, ਉਹਨਾਂ ਦੇ ਹੱਥ ਵਿੱਚ ਹੈ ਸਾਰਾ ਕੁਝ। ਇਸ ਕਰਕੇ ਸਾਧ ਸੰਗਤ ਆਪਾਂ ਜੇ ਕਿਤੇ ਵੀ ਹੈ, ਕਿਉਂਕਿ ਸਾਡੇ ਨਾਲ ਐਸੇ ਐਸੇ ਗੁਰਸਿੱਖ ਬੈਠੇ ਨੇ ਜਿਨ੍ਹਾਂ ਦੀਆਂ ਦਿਵ ਦ੍ਰਿਸ਼ਟੀਆਂ ਖੁੱਲੀਆਂ ਹੋਈਆਂ, ਬਖਸ਼ਿਸ਼ਾਂ ਹੋਈਆਂ। ਕਦੇ ਕਦੇ ਅਸੀਂ ਕਥਾ 'ਚ ਨਾਲ ਲੈ ਜਾਂਦੇ ਹਾਂ ਉਹਨਾਂ ਨੂੰ, ਜੋੜ ਮੇਲਿਆਂ 'ਚ। ਬਾਅਦ 'ਚ ਪੁੱਛੀਦਾ ਵੀ ਹਾਂ ਜੀ ਕੌਣ ਕੌਣ ਆਇਆ ਸੀ,
ਕਹਿੰਦੇ ਜਿਨ੍ਹਾਂ ਦੀ ਬਰਸੀ ਸੀ, ਇੱਕ ਤਾਂ ਉਹ ਮਹਾਂਪੁਰਖ ਬੈਠੇ ਸੀ ਸਟੇਜ ਤੇ, ਇਹ ਵੀ ਹਾਜ਼ਰ। ਅੱਜ ਜੇ ਅਸੀਂ ਯਾਦ ਕੀਤਾ ਬਾਬਾ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਨੂੰ, ਉਹਨਾਂ ਦੇ ਨਾਲ ਦੇ ਸਿੰਘਾਂ ਨੂੰ, ਵੀ ਕੀ ਉਹ ਨਹੀਂ ਆਉਣਗੇ? ਮਹਾਰਾਜ ਜੀ ਕਹਿ ਦਿੰਦੇ ਨੇ ਸੱਚਖੰਡ 'ਚ, ਜਾਓ ਭਾਈ ਅੱਜ ਸੰਗਤ ਤੁਹਾਨੂੰ ਯਾਦ ਕਰ ਰਹੀ ਹੈ, ਜੋੜ ਮੇਲੇ ਤੇ ਜਾਇਓ ਅੱਜ ਤੁਸੀਂ। ਔਰ ਉਹ ਸਿੰਘ ਆਉਂਦੇ ਨੇ, ਔਰ ਇੱਥੋਂ ਤੱਕ ਵੀ ਸਦਾ ਹੀ ਹਾਜ਼ਰ ਵੀ ਰਹਿੰਦੇ ਨੇ। ਕਿਉਂ? ਮਹਾਰਾਜ ਨੇ ਜਿਵੇਂ 10ਵੇਂ ਪਹਿਲੇ ਪਾਤਸ਼ਾਹ ਨੇ ਬਚਨ ਕੀਤਾ ਨਾ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਉਹ ਸਾਨੂੰ ਵੇਖੀ ਜਾਂਦੇ ਸਾਰਿਆਂ ਨੂੰ, ਪਰ ਸਾਨੂੰ ਨਜ਼ਰ ਨਹੀਂ ਆਉਂਦੇ। ਨਜ਼ਰ ਕਿਉਂ ਨਹੀਂ ਆਉਂਦੇ ਬਈ? ਕਿਉਂਕਿ ਆਪਣੇ ਅੰਦਰ ਇੰਨੀ ਜ਼ਿਆਦਾ ਸਫਾਈ ਨਹੀਂ ਹੈ, ਸੁੱਚਮ ਨਹੀਂ ਹੈ, ਖਾਣੇ ਪੀਣੇ ਸਹੀ ਨਹੀਂ ਹੈ ਆਪਣੇ। ਬਹੁਤ ਸਾਰੀਆਂ ਗੱਲਾਂ ਕਰਕੇ ਕੋਈ ਗੁਰਮੁਖ ਪਿਆਰੇ ਬੜੀ ਬੰਦਗੀ ਵਾਲੇ ਸੀ, ਉਹਨਾਂ ਕੋਲ ਆ ਕੇ ਮਹਾਰਾਜ ਜੀ ਬੈਠ ਗਏ ਇੱਕ ਵਾਰ, ਇੱਕ ਨਾਲ ਹੋਰ ਸਿੰਘ ਵੀ ਬੈਠਾ ਸੀ। ਮਹਾਰਾਜ ਜੀ ਕਹਿੰਦੇ ਅੱਛਾ ਭਾਈ ਚੱਲਦੇ ਹਾਂ ਅਸੀਂ। ਉਹ ਕਹਿੰਦੇ ਮਹਾਰਾਜ ਅੱਜ ਵੀ 1 ਮਿੰਟ ਹੀ ਬੈਠੇ, ਅੱਗੇ ਕਾਫੀ ਦੇਰ ਬੈਠ ਜਾਂਦੇ। ਬਾਅਦ ਚ ਸ਼ਹੀਦਾਂ ਸਿੰਘਾਂ ਨੂੰ ਪੁੱਛਿਆ ਉਹਨਾਂ ਨੇ, ਤੇ ਅੱਜ ਮਹਾਰਾਜ ਜੀ 1 ਮਿੰਟ ਬੈਠੇ। ਕਹਿੰਦੇ ਬੈਠ ਤਾਂ ਜਾਂਦੇ ਆ, ਜਿਹੜਾ ਤੇਰੇ ਨਾਲ ਬੈਠਾ ਨਾ, ਇਹਦੇ ਅੰਦਰ ਐ ਬਹੁਤ ਕੁਝ ਚੱਲ ਰਿਹਾ। ਉਹਨਾਂ ਨੂੰ ਇਹ ਪ੍ਰਮਾਣ ਨਹੀਂ। ਕਹਿੰਦੇ ਇਹਦਾ ਮਨ ਨਹੀਂ ਟਿਕਿਆ ਹੋਇਆ, ਫੁਰਨੇ ਹੀ ਬੜੇ ਕਰੀ ਜਾਂਦਾ ਬੈਠਾ, ਕਦੇ ਗਲਤ ਫੁਰਨੇ, ਕਦੇ ਉਹ ਫੁਰਨੇ। ਜਿੱਦਣ ਤੁਹਾਡਾ ਅੰਦਰ ਟਿਕ ਗਿਆ, ਉਦੋਂ ਹੀ ਤੁਹਾਨੂੰ ਲਾਗੇ ਬੈਠੇ ਦਿਖ ਜਾਣੇ ਆ। ਸਤਿਗੁਰੂ ਕਹਿੰਦੇ ਨੇ ਹੁਣ ਇੰਨੀ ਗੰਦਗੀ 'ਚ ਮੈਥੋਂ ਵੀ ਨਹੀਂ ਬੈਠਿਆ ਜਾਂਦਾ। ਮਹਾਰਾਜ ਜੀ ਕਹਿੰਦੇ ਇਹਨਾਂ ਲੋਕਾਂ ਦੇ ਨੇ ਫੁਰਨੇ ਆ, ਮਨ ਦੇ ਖਿਆਲ ਬੜੇ ਗੰਦੇ ਆ। ਜਾਂ ਕਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇ ਪਰਦਗਾਰ। ਇਹ ਸ਼ਬਦ ਵਿੱਚ ਮਹਾਰਾਜ ਨੇ ਇੱਕ ਬਚਨ ਬਹੁਤ ਸਾਰੇ ਕੀਤੇ ਨੇ, ਕਰਦੇ ਬਦੀ ਖਿਆਲ। ਕਹਿੰਦੇ ਹਰ ਵਕਤ ਮੈਂ ਬਦੀ ਵਾਲੇ ਖਿਆਲ ਕਰਦਾ। ਤੁਸੀਂ ਵੇਖੋ ਆਪਣੇ ਮਨ 'ਚ ਕਦੇ ਚੱਜ ਦੀ ਗੱਲ ਨਹੀਂ ਆਉਂਦੀ, ਹਮੇਸ਼ਾ ਬਦੀ ਦੇ ਖਿਆਲ ਜ਼ਿਆਦਾ ਕਿਉਂ ਆਉਂਦੇ ਨੇ। ਜਿੰਨੇ ਵੀ ਸੰਗਤ ਮਿਲਦੀ ਹੈ ਕਹਿੰਦੇ ਪਾਠ ਕਰਦੇ ਆ ਬਕਾਰ ਬੜੇ ਫਿਰਦੇ ਆ, ਪਾਠ ਕਰਦੇ ਆ ਮਾੜੇ ਖਿਆਲ ਬਹੁਤ ਆਉਂਦੇ ਆ, ਅੱਗੇ ਪਿੱਛੇ ਨਹੀਂ ਆਉਂਦੇ। ਇਹ ਜਿਹੜੇ ਸਾਡੇ ਅੰਦਰ ਮਾੜੇ ਖਿਆਲ ਆਉਂਦੇ ਨੇ, ਸਾਡਾ ਮਾੜਾਪਣ, ਸਾਡੇ ਔਗਣ, ਇਹੀ ਸਤਿਗੁਰੂ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਆ। ਮਹਾਰਾਜ ਜੀ ਕਹਿੰਦੇ ਇਹਦੇ ਅੰਦਰ ਸ਼ਰਧਾ ਭਾਵਨਾ ਨਹੀਂ। ਕਹਿੰਦੇ ਜਿੱਥੇ ਮੇਰਾ ਹੀ ਵਾਸਾ ਕੇਵਲ ਹਿਰਦੇ 'ਚ ਹੋਵੇ, ਉੱਥੇ ਹੀ ਅਸੀਂ ਦਰਸ਼ਨ ਦਿੰਦੇ ਹਾਂ। ਇਸ ਕਰਕੇ ਐਸੇ ਗੁਰਮੁਖ ਪਿਆਰੇ, ਜਿਵੇਂ ਕਲਗੀਧਰ ਮਹਾਰਾਜ ਨੇ ਬਚਨ ਕੀਰਤਨ ਨਾ, ਰਹਿਤ ਪਿਆਰੀ ਮੁਝ ਕੋ। ਕਦੇ ਇਸ ਗੱਲ ਨੂੰ ਬੜੇ ਧਿਆਨ ਨਾਲ ਪੜ੍ਹ ਕੇ ਦੇਖੋ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ ਹੈ। ਹੁਣ ਆਪਾਂ ਜਿੰਨੇ ਬੈਠੇ ਆਪਾਂ ਸਿੱਖ ਹਾਂ, ਕੋਈ ਸਿੰਘ ਸਜੇ ਠੀਕ ਹੈ, ਪਰ ਸਤਿਗੁਰੂ ਕਹਿੰਦੇ ਮੈਨੂੰ ਇਹ ਪਿਆਰੇ ਨਹੀਂ ਹੈ। ਪਿਆਰੇ ਕੀ ਹੈ? ਰਹਿਤ ਪਿਆਰੀ ਹੈ ਮੁਝ ਕੋ। ਜਿਹੜਾ ਸਿੱਖ ਰਹਿਤ ਰੱਖਦਾ ਉਹ ਪਿਆਰਾ ਉਹਨਾਂ ਨੂੰ, ਜਿਹੜਾ ਪੰਥ ਦਾ ਦਰਦ ਰੱਖਦਾ ਉਹ ਉਹਨਾਂ ਨੂੰ ਪਿਆਰਾ ਹੈ। ਨਹੀਂ ਤੇ ਬਾਬਾ ਸ਼ਾਮ ਸਿੰਘ ਜੀ ਇੱਥੋਂ ਵਾਲੇ ਸ਼ਹੀਦ ਸਿੰਘ ਕਹਿੰਦੇ ਚੱਲ ਆਪਾਂ ਨੂੰ ਕੀ ਹੈ, ਉੱਥੇ ਲੜਦੇ ਲੜਨ ਮਰਨ ਪਰੇ, ਆਪਾਂ ਕੀ ਲੈਣਾ। ਪੁਰਾਣੇ ਸਿੰਘ ਇਸ ਤਰ੍ਹਾਂ ਨਹੀਂ ਸੀ ਹੁੰਦੇ। ਜਦੋਂ ਚਿੱਠੀਆਂ ਪਹੁੰਚ ਗਈਆਂ, ਜੰਗ ਨੂੰ ਯੋਧੇ ਤਿਆਰ ਹੋ ਗਏ, ਜਾਗਰਤ ਅਵਸਥਾ ਸੀ ਉਹਨਾਂ ਦੀ। ਕਿਉਂ? ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਸ਼ਸਤਰ ਪਹਿਲਾਂ 9 ਸਰੂਪਾਂ ਤੱਕ ਤੇ ਪਹਿਲਾਂ ਆਪਾਂ ਨੂੰ ਚਰਨ ਪੌੜੀ ਹੀ ਮਿਲਦੀ ਰਹੀ। ਫਿਰ ਮਹਾਰਾਜ ਜੀ ਨੇ ਜਿਹੜੀ ਸਾਡੇ ਅੰਦਰ ਕਾਫੀ ਕੁਛ ਆ ਚੁੱਕਿਆ ਸੀ, ਨਗੁਰੇ ਪਣ ਦੀ ਝੂਠ, ਮਲੇਛਾਂ ਦਾ ਅਸਰ ਸੀ ਬਹੁਤ ਸਾਡੇ ਸਰੀਰਾਂ ਤੇ। ਕਿਉਂਕਿ ਮਲੇਛਾਂ ਨੇ ਸਾਨੂੰ ਕਈ 100 ਸਾਲ ਤੱਕ ਮਲੇਛ ਪੁਣੇ ਵਿੱਚ ਬਦਲ ਦਿੱਤਾ। ਸਾਡੇ ਖੂਨ ਵਿੱਚ ਮਲੇਛ ਖੂਨ ਆ ਗਿਆ ਸੀ, ਉਹਨੂੰ ਕੱਟਣ ਦਾ ਹੋਰ ਕੋਈ ਸਾਧਨ ਨਹੀਂ ਸੀ। ਖੰਡੇ ਬਾਟੇ ਦਾ ਅੰਮ੍ਰਿਤ ਹੀ ਸੀ। ਉਹਦੇ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਨੇ ਸਾਡੇ ਅੰਦਰੋਂ ਮੈਲ ਕੱਢੀ। ਪੁਰਾਣੇ ਗੁਰਸਿੱਖਾਂ ਦਾ ਇੱਕ ਪਾਸੇ ਨੂੰ ਧਿਆਨ ਸੀ। ਅੱਜ ਸਾਡਾ ਧਿਆਨ ਕਿੰਨੇ ਪਾਸੇ ਜਾਂਦਾ।
ਪੁਰਾਤਨ ਗੁਰਸਿੱਖਾਂ ਦਾ ਅੰਮ੍ਰਿਤ ਵੇਲਾ ਬੜਾ ਤਕੜਾ ਸੀ। 1 ਵਜੇ 1:30 ਵਜੇ ਸਿੰਘਾਂ ਨੇ ਉੱਠ ਜਾਣਾ, 12:15 ਵਜੇ ਵੀ ਉੱਠ ਜਾਣਾ। ਆਪਾਂ ਨੂੰ ਕੋਈ 5 ਬਾਣੀਆਂ ਨੂੰ ਕਹਿੰਦਾ ਬੜੀ ਔਖੀਆਂ ਐ, ਕਿਉਂ? ਉੱਠਿਆ ਤਾਂ ਅਸੀਂ 6 ਵਜੇ 7 ਵਜੇ, ਟਾਈਮ ਹੀ ਨਹੀਂ ਬਚਿਆ। ਜੇ ਇਹਨੇ 12:15 ਉੱਠ ਜਾਣਾ, 1 ਵਜੇ ਉੱਠ ਜਾਣਾ, ਉਹ 5 ਬਾਣੀਆਂ ਦੇ ਨਾਲ 5 ਗ੍ਰੰਥੀ ਵੀ ਪੜ੍ਹ ਲੈਂਦਾ ਸੀ। ਪੁਰਾਣੇ ਸਿੰਘ ਸਾਰੇ ਜਿੰਨੇ ਵੀ ਸ਼ਹੀਦ ਸਿੰਘ ਪੁਰਾਣੇ ਆਪਣੇ 10 ਗ੍ਰੰਥੀ ਸਾਰੀ ਰੋਜ਼ ਪੜ੍ਹ ਲੈਂਦੇ ਸੀ ਤੇ ਕੰਠ ਹੀ ਹੁੰਦੀ ਸੀ ਲਗਭਗ 50-50 60-60 ਬਾਣੀਆਂ ਵੱਡੀਆਂ ਕੰਠ, ਔਰ ਸਾਰਾ ਦਿਨ ਹੀ ਪੜ੍ਹਦੇ ਰਹਿਣਾ ਬਾਣੀ। ਬਾਬਾ ਦੀਪ ਸਿੰਘ ਦੇ ਜੀਵਨ ਨੂੰ ਦੇਖੀ, 110 ਜਪਜੀ ਸਾਹਿਬ ਹਰ ਰੋਜ਼ ਕਰਨੇ, 5 ਗ੍ਰੰਥੀ ਕਰਨੀ, ਰਹਿ ਰਾਸ ਕੀਰਤਨ ਸੋਲਾਏ, ਨਾਲ ਨਾਲ ਸਹਿਜ ਪਾਠ, ਮਹਾਰਾਜ ਦੇ ਸਰੂਪ ਲਿਖਣੇ। ਆਪਣੀ ਦਿਨਚਰਿਆ ਸਾਰੀ ਖਰਾਬ ਹੋ ਗਈ। ਮੈਂ ਇੰਨੀ ਸੰਗਤ ਬੈਠੀ ਆ, ਸਿਰਫ 2 ਜਾਂ 4 ਜਣਾਂ ਨੂੰ ਛੱਡ ਕੇ ਇੱਕ ਬੇਨਤੀ ਕਰਦਾ, ਤੁਹਾਡੇ ਚੋਂ ਕਿਹੜਾ ਸਿੱਖ ਹੈ ਜਿਹੜਾ 5 ਮਿੰਟ ਗਿਣ ਕੇ ਵੀ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ? 5 ਮਿੰਟ ਵੀ ਸਿਮਰ ਨਹੀਂ ਕਰਦੇ। ਜਦੋਂ ਕਿ ਸਤਿਗੁਰਾਂ ਨੇ ਕਿਹਾ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਦੋਂ ਸਤਿਗੁਰਾਂ ਨੇ ਸਾਨੂੰ ਕਿਹਾ ਵਾਹਿਗੁਰੂ ਵਾਹਿਗੁਰੂ, ਮੈਂ ਖੁਦ ਵੀ ਕਹਿਣਾ ਵੀ ਮੈਂ ਵੀ ਨਹੀਂ ਕਰਦਾ। 5 ਮਿੰਟ ਤਾਂ ਕੋਈ ਵਾਹਿਗੁਰੂ ਮੰਤਰ ਕਰੇ, ਕੋਈ 10 ਮਿੰਟ ਕਰੇ, ਕੋਈ 15 ਮਿੰਟ ਕਰੇ, ਕੋਈ ਵੀ ਨਹੀਂ ਕਰਦਾ। ਪੁਰਾਣੇ ਸਿੰਘਾਂ ਦੀ ਕਾਮਯਾਬੀ ਦਾ ਕਾਰਨ ਹੀ ਇਹ ਸੀ, ਜਦੋਂ ਜੰਗ ਲੜਦੇ ਸੀ ਨਾ, ਉਦੋਂ ਉਹਨਾਂ ਦਾ ਨਿਤਨੇਮ ਹੀ ਕੰਮ ਕਰਦਾ ਸੀ, ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਮੇਰਾ, ਨਾਲ ਪਰਮੇਸ਼ਰ ਜੀ ਆਪ ਹੁੰਦੇ ਨੇ। ਜਾਂ ਤਾਈਓ ਤਾਂ ਸਤਿਗੁਰਾਂ ਨੇ ਕਿਹਾ ਸੀ 1.25 ਲੱਖ ਸੇ ਏਕ ਲੜਾਊਂਗਾ। ਤੁਸੀਂ ਆਪ ਇੰਨੇ ਇੱਥੇ ਕਈ ਬੈਠੇ ਹੋਣੇ ਯੋਧੇ ਤਕੜੇ, ਕਈ ਤਕੜੇ ਸਰੀਰ ਨੌਜਵਾਨ, ਬਈ ਜੇ ਲੜਨ ਲੱਗ ਜਾਣ 10 ਬੰਦਿਆਂ ਨਾਲ, 20 ਨਾਲ, 30 ਨਾਲ, 100 ਨਾਲ ਵੀ ਲੜਨ ਵਾਲਾ ਬੈਠਾ ਹੋ ਸਕਦਾ। ਪਰ ਇਹ ਅੱਤ ਕਥ ਨਹੀਂ ਆ ਵੀ 1.25 ਲੱਖ ਸੇ ਏਕ ਲੜਾਊਂਗਾ। ਉਹ ਸਤਿਗੁਰਾਂ ਦੀਆਂ ਪਾਵਰਾਂ, ਉਹਨਾਂ ਦੀ ਬਾਣੀ ਦੀ ਤਾਕਤ। ਅੰਗਰੇਜ਼ਾਂ ਦੀ ਮੈਂ ਇੱਕ ਇਤਿਹਾਸ ਨੂੰ ਸ਼ਰਵਣ ਕਰ ਰਿਹਾ ਸੀ ਇੱਕ ਵਾਰ। ਉਸ ਵਕਤ ਉਹ ਜਰਨਲ ਕਹਿਣ ਲੱਗਿਆ ਅੰਗਰੇਜ਼ਾਂ ਦਾ, ਕਹਿੰਦਾ ਜਦੋਂ ਬਜ਼ੁਰਗ ਸੀ ਬਹੁਤ, ਕਹਿੰਦਾ ਜਦੋਂ ਅਸੀਂ ਨਵੇਂ ਫੌਜ ਭਰਤੀ ਕੀਤੀ ਨਾ ਆਪਣੀ, ਕਹਿੰਦੇ ਇਹਨਾਂ ਨੇ ਕਦੇ ਜੰਗ ਲੜੀ ਨਹੀਂ ਸੀ। ਕਹਿੰਦਾ ਅਸੀਂ ਕੀ ਇਹ ਜਦੋਂ ਜਰਮਨ ਨਾਲ ਲੜਾਈ ਦੇ ਕਿਸੇ ਕੇ ਗੋਲੀ ਮਾਰੋ, ਇਹ ਕਹਿਣ ਨਾ ਚੰਗੀ ਗੱਲ ਨਹੀਂ ਹੁੰਦੀ ਗੋਲੀ ਮਾਰਨੀ, ਨਾਲੇ ਹੱਥ ਬੰਦੂਕ ਫੜੀ ਹੋਈ ਨਾਲੇ ਗੋਲੀ ਨਾ ਮਾਰਨਾ। ਕਹਿੰਦੇ ਫਿਰ ਇੱਕ ਨੇ ਹਿੰਮਤ ਜੀ ਕਰਕੇ ਗੋਲੀ ਮਾਰੀ। ਕਹਿੰਦੇ ਅਸੀਂ ਉੱਥੋਂ ਫਿਰ ਸ਼ੁਰੂ ਕੀਤੇ ਵੀਰ ਚੱਕਰ, ਪਰਮਵੀਰ ਚੱਕਰ ਜਿਵੇਂ ਹੁੰਦੇ, ਇਨਾਮ ਦੇਣੇ। ਕਹਿੰਦੇ ਫਿਰ ਅਸੀਂ ਇਨਾਮ ਦਾ ਲਾਲਚ ਦੇ ਦੇ ਕੇ ਇਹਨਾਂ ਨੂੰ ਉੱਪਰ ਚੁੱਕਿਆ, ਫਿਰ ਇਹ ਲੱਗੇ ਮਾਰਨ। ਜਦ 5 ਸਰੂਪਾਂ ਤੱਕ ਨਿਮਰਤਾ ਦੀ ਹੱਦ ਹੋ ਗਈ, ਸ਼ਾਂਤ ਰਸ ਵਿੱਚ ਰਹਿ ਕੇ ਜਦੋਂ ਮਹਾਰਾਜ ਨੇ ਸ਼ਹੀਦੀ ਦਿੱਤੀ, ਬੇਸ਼ੱਕ ਭਾਈ ਬਿਧੀ ਚੰਦ ਜੀ, ਭਾਈ ਪੈੜਾ ਲੰਗਾਹਾ, ਭਾਈ ਜੇਠਾ ਜੀ ਸਾਰੇ ਬੇਨਤੀਆਂ ਕਰਦੇ, ਮਹਾਰਾਜ ਇਜਾਜ਼ਤ ਤਾਂ ਦੇ ਦਿਓ, ਅਸੀਂ ਵੀ ਇਹਨਾਂ ਨਾਲ 2 ਹੱਥ ਕਰੀਏ। ਮਹਾਰਾਜ ਜੀ ਕਹਿੰਦੇ ਕੋਈ ਨਹੀਂ, 5 ਸਰੂਪਾਂ ਤੱਕ ਸ਼ਾਂਤ ਰਹਿਣ ਦਾ ਹੁਕਮ ਹੈ, 6ਵੇਂ ਵਿੱਚ ਆਪਾਂ ਕੰਡਾ ਖੜਕਾਉਣਾ ਜਾ ਕੇ। ਸੋ ਸਾਧ ਸੰਗਤ ਜੀ, ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਹੁਣ 5 ਸਰੂਪਾਂ ਤੱਕ ਇੰਨੇ 100 ਸਾਲ ਤੱਕ ਜਿਹੜੀ ਚੀਜ਼ ਚੱਲੀ ਆਈ, ਹੁਣ ਉਹੀ ਮਨ ਚ ਬਸੀ ਸੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਹੁਣ ਇਹ ਬਾਣੀ ਬਸੀ ਸੀ ਹਿਰਦੇ ਚ। ਵੀਰ ਰਸ ਤਾਂ ਹੈ, ਸ਼ਾਂਤ ਰਸ ਸੀ, ਨਾਮ ਰਸ ਸੀ, ਵੀ ਐਸਾ ਸੀ ਮਨ ਦੇ ਅੰਦਰ ਵੀ ਦੇਖਿਓ ਕਿਤੇ ਜੀ ਦਇਆ ਪ੍ਰਵਾਨ ਹੈ, ਕਿਸੇ ਦੇ ਮਾਰ ਨਹੀਂ ਸਕਦੇ ਕਿਸੇ ਨੂੰ। ਉਹ ਇੰਨੀ ਮਨ ਦੇ ਅੰਦਰ ਇਹ ਸਿੱਖਿਆ ਆਈ ਹੋਈ ਸੀ। ਇਹ ਸਿੱਖਿਆ ਤਾਂ ਬੜੀ ਵਧੀਆ, ਪਰ ਇਹ ਸਿੱਖਿਆ ਦਾ ਨਜਾਇਜ਼ ਫਾਇਦਾ ਬਹੁਤ ਉਠਾ ਲਿਆ ਦੂਜਿਆਂ ਨੇ ਬਾਹਰੋਂ। ਤੁਰਕ ਸਾਡੇ ਦੇਸ਼ ਵਿੱਚ
1200 साल तक राज कर गए इसे गल। पर निरंकार जे वो जो सृष्टि का मालक है, उन्हें देखा भी ये तो एक चीज़ दे के तो गल नहीं ठीक है, इन्हों तो वीर रस भी देना पवेगा, नाल रखिया तो करनी पवेगी। जे अपने को पैली आ तो नाल कोई डंडा सोटा बंदूक भी रखनी पैंदी, भी पैली खो लेणगे दूजे। मेरे पिता जी के दादा जी, साडे परदादा जी, उन्होंने को 300 बिघा मालवे च पैली सी। एक उन्होंने चो माड़ी मोटी फीम फूम खा छड़ के लम्मा पिया रहा करे। एक मिठा सिंह सी, वो कहना मैं लड़ नहीं सकता, दूजा कहना मैं लड़ सकता, कहना चल शाम लाट लिखा दे। चलो वो 300 बिघा वड्डा शाम लाट लिखाता। जदों भी असीं लंघते मेरे पिता जी कहणगे ये मिठे वाली दैड़ वजदी। मैं कहा असीं दैड़ नूं हुण की करिए, असीं ते भुखे मर के सारे, ना साडे कोल जमीन ना लैण ना देण, ਇਹ ਤਾਂ ਦੇਤੀ ਸਭ ਨੂੰ। ਤਿੰਨ ਚੀਜ਼ਾਂ ਲਈ ਫਿਰ ਜ਼ੋਰ ਦੀ ਲੋੜ ਪੈਂਦੀ, ਜਰ, ਜ਼ੋਰੂ, ਜ਼ਮੀਨ। ਤੁਹਾਡੀਆਂ ਤਿੰਨ ਚੀਜ਼ਾਂ ਜੇ ਤੁਹਾਡੇ ਹੱਥ 'ਚ ਸ਼ਸਤਰ ਨਹੀਂ ਨਾ, ਤੁਹਾਡਾ ਪੈਸਾ ਸਾਹਮਣਾ ਬੜਾ ਔਖਾ ਹੁੰਦਾ। ਜੇ ਆ ਜੇ ਬਹੁਤ ਜ਼ਿਆਦੇ ਤਾਂ ਇਸਤਰੀ ਸਾਹਮਣੀ ਆ, ਰਾਵਣ ਚੁੱਕ ਕੇ ਲੈ ਗਿਆ, ਉਹ ਦ੍ਰੋਪਦੀ ਪਿੱਛੇ ਲੜਾਈ ਹੋ ਗਈ। ਕਹਿੰਦੇ ਕਿ ਚਲਿੱਤਰ ਕਿਉਂ ਲਿਖਿਆ? ਆ ਮਹਾਰਾਜਾ ਰਣਜੀਤ ਸਿੰਘ ਨੂੰ ਡੋਗਰਿਆਂ ਨੇ ਦੇ ਦੇ ਕੇ ਆਪਣੀਆਂ ਕਸ਼ਮੀਰਨਾਂ ਜੀਆਂ ਇਹਨੂੰ ਉਲਝਾ ਲਿਆ। ਜੇ ਚਲਿੱਤਰ ਪੜ੍ਹੇ ਹੁੰਦੇ ਥੋੜਾ ਸਾਵਧਾਨ ਤਾਂ ਹੁੰਦਾ। ਇੱਕ ਤਾਂ ਪੜ੍ਹੇ ਕਿ ਨਹੀਂ ਪੜ੍ਹੇ। ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਵਿਆਹ ਨਾ ਕਰਾਂਗੇ, ਉਹਨਾਂ ਚਲਿੱਤਰ ਪੜ੍ਹੇ ਕਿ ਨਹੀਂ ਪੜ੍ਹੇ। ਉਹਨਾਂ ਨੇ 3 ਵਿਆਹ ਕਰਾ ਦਿੱਤਾ, ਕਿਹਾ ਸੀ ਨਾ ਕਰਾਂਗੇ। ਹਰਕੁਲੀਸ ਜਿਹੜਾ ਸੀ ਉਹ ਅੰਗਰੇਜ਼ਾਂ ਦਾ, ਉਹ ਇੱਧਰ ਬੜਾ ਤਕੜਾ ਸੀ। ਇੱਕ ਡਾਂਗ ਉਹਨੂੰ ਦੇ ਦਿਓ ਬਸ 100 ਬੰਦੇ ਨੂੰ ਭਜਾ ਦਿੰਦਾ ਸੀ, ਇੰਨਾ ਤਕੜਾ ਸੀ। ਉਹ ਕਹਿੰਦੇ ਇਹਦੀ ਪਾਵਰ ਕੀ ਆ ਬਈ। ਉਹਨਾਂ ਨੇ ਆਪਣੀ ਇੱਕ ਲੜਕੀ ਨੂੰ ਸਿਖਾਇਆ ਵੀ ਤੂੰ ਇਹ ਨਾਲ ਮਾੜਾ ਮੋਟਾ ਜਾ ਕੇ ਪਿਆਰ ਪੂਰ ਪਾ, ਤੂੰ ਵਿਆਹ ਦੀਆਂ ਗੱਲਾਂ ਕਰ। ਬਹੁਤ ਸੁਨੱਖੀ ਸੋਹਣੀ ਲੜਕੀ ਭੇਜੀ। ਲੜਕੀਆਂ 405 ਲਿੱਤਰ ਜਿਹੜੇ ਤਾਈਓਂ ਦਿੱਤੇ, ਲੜਕੀ ਭੇਜੀ। ਉਹਨੇ ਜਾ ਕੇ ਕਿਹਾ ਮੈਂ ਵਿਆਹ ਕਰਾਉਣਾ, ਤੂੰ ਬੜਾ ਜਵਾਨ ਹੈ। ਕਾਫੀ ਮਹੀਨੇ ਲੰਘ ਗਏ। ਕਹਿੰਦੀ ਹਰਕੁਲਿਸ ਤੇਰੀ ਤਾਕਤ ਦਾ ਰਾਜ ਕੀ ਹੈ? ਵੀ ਇੱਕ ਡਾਂਗ ਤੇਰੇ ਹੱਥ ਦੇ ਤੇ 100 ਬੰਦਾ ਨਹੀਂ ਖੜਦਾ ਤੇਰੇ ਅੱਗੇ। ਉਹ ਸਿਰ ਨੂੰ ਹੱਥ ਲੱਗਣ ਵਾਲਾ ਕੇਸ ਨੇ ਨਾ ਮੇਰੇ, ਇਹ ਮੇਰੀ ਤਾਕਤ ਦਾ ਰਾਜ ਹੈ। ਉਹਨੇ ਜਾ ਕੇ ਦੁਸ਼ਮਣ ਨੂੰ ਦੱਸਿਆ ਵੀ ਜਿਹੜਾ ਏਡਾ ਜੂੜਾ ਸਿਰ ਤੇ ਕਰਦਾ ਨਾ, ਬਸ ਇਹੀ ਤਾਕਤ ਆ, ਕੇਸਾਂ ਵਿੱਚ ਹੀ ਤਾਕਤ ਆ। ਉਹ ਕਹਿੰਦੇ ਫਿਰ ਤੂੰ ਇੱਕ ਕੰਮ ਕਰ, ਉਹਦੇ ਕੇਸ ਕੱਟ ਕਿਸੇ ਬਹਾਨੇ। ਰਾਤ ਨੂੰ ਸੁੱਤੇ ਪਏ ਦੇ ਉਹਨੇ ਕੇਸ ਕੱਟ ਤੇ। ਕਹਿੰਦੇ ਤੂੰ ਲਾਲ ਰਮਾਲ ਐ ਕਰਦੀ ਵੀ ਕੱਟ ਤੇ, ਕੇਸ ਕੱਟਤੇ ਤੇ ਲਾਲ ਰਮਾਲ ਐ ਝਲਾਤਾ ਤੇ ਉਹ ਸਾਰੇ ਹੀ ਆ ਗਏ ਤੇ ਇਹ ਤੋਂ ਮੁਕਾਬਲਾ ਹੀ ਨਹੀਂ ਹੋਇਆ, ਕਿਉਂਕਿ ਸ਼ਕਤੀ ਖਤਮ ਹੋ ਗਈ। ਇਸ ਕਰਕੇ ਜਿਹੜੀ ਸਤਿਗੁਰਾਂ ਨੇ ਸਾਨੂੰ 5 ਕਕਾਰਾਂ ਦੀ ਬਖਸ਼ਿਸ਼, ਇਹ ਬੜੀ ਵੱਡੀ ਸਾਇੰਸ ਸੀ, ਇੱਕ ਅਧਿਆਤਮਕ ਸਾਇੰਸ ਕਹਿੰਦੇ ਇਹਨੂੰ। ਆਮ ਸਾਇੰਸ ਤਾਂ ਕੁਝ ਵੀ ਨਹੀਂ ਹੈ ਇਹਦੇ ਸਾਹਮਣੇ। ਇਸ ਕਰਕੇ ਆਪਾਂ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਉਹਨਾਂ ਦੀਆਂ ਮਰਿਆਦਾਵਾਂ ਜੋ ਜੋ ਉਹਨਾਂ ਦੱਸੀਆਂ ਸੀ। ਜਬਲਾ ਖਾਲਸਾ ਰਹਿ ਨਿਆਰਾ, ਨਿਆਰਾ ਰਹਿ ਹੀ ਨਹੀਂ ਸਕਿਆ, ਕਿਉਂਕਿ ਅੱਜ ਦੁਨੀਆ ਸਾਰੀ ਤੰਬਾਕੂ ਪੀਂਦੀ ਹੈ। ਇਹ ਵੀ ਵਿੱਚ ਰਲ ਕੇ ਬਹੁਤ ਜਾਣ। ਸਤਿਗੁਰਾਂ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀ ਮਨਾ ਕੀਤਾ ਸੀ। ਨਸ਼ਾ ਨਹੀਂ ਵਰਤਣਾ, ਮਹਾਰਾਜ ਨੇ ਪਹਿਲਾਂ ਰੋਕ ਲਾਤੀ। ਨਸ਼ਾ ਬੰਦੇ ਨੂੰ ਗਾਲ ਦਿੰਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਦੋਂ ਸ਼ਾਂਤ ਰਸ ਜਿਹੜਾ ਸੀ ਉਹ ਬਖਸ਼ਿਸ਼ ਕੀਤਾ। ਮਹਾਰਾਜ ਨੇ ਦੇਖਿਆ ਕਿ ਹੁਣ ਲੋੜ ਪਊ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਮੀਰੀ ਪੀਰੀ ਦੇ ਸ੍ਰੀ ਸਾਹਿਬਾਂ ਪਹਿਨੀਆਂ, ਇੱਥੋਂ ਤੱਕ ਬਾਬਾ ਬੁੱਢਾ ਜੀ ਨੂੰ 1.25 ਫੁੱਟ ਦੀ ਸ੍ਰੀ ਸਾਹਿਬ ਪਹਿਨਾਤੀ। ਜਿਨ੍ਹਾਂ ਪਹਿਲੇ 5 ਸਰੂਪਾਂ ਨਾਲ ਸ਼ਾਂਤਮਈ ਸਮਾਂ ਗੁਜ਼ਾਰਿਆ, ਹੁਣ ਬ੍ਰਹਮ ਗਿਆਨੀ ਹੋਣ ਕਰਕੇ ਉਹ ਤਾਂ ਸਾਬ ਦੀ ਰਜਾ 'ਚ ਰਹਿੰਦੇ ਨੇ ਵੀ ਜੋ ਸੱਚੇ ਪਾਤਸ਼ਾਹ ਕਰਦੇ ਨੇ ਠੀਕ, ਉਹ ਤਾਂ ਅੰਦਰੋਂ ਇੱਕ ਨੇ। ਪਰ ਜਿਹੜੇ ਆਸੇ ਪਾਸੇ ਹੋਰ ਗੁਰਸਿੱਖ ਸੀ, ਜਿਹੜੇ ਗੁਰਾਂ ਨਾਲ ਇੱਕ ਨਹੀਂ ਹੋਏ ਅੰਦਰੋਂ, ਉਹ ਲਾਗੇ ਕਰਨ। ਹੁਣ ਨਵੀਂ ਗੱਲ ਚਲਾਤੀ। ਕਦੇ ਇੱਥੇ ਸ਼ਾਸਤਰ ਪੜ੍ਹਿਆ ਗੁਰੂ ਨਾਨਕ ਸਾਹਿਬ ਨੇ? ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਪਠਾਨ
ਤੇਗੇ ਦੇਣ ਆਇਆ ਸੀ ਦੋ, ਉਹ ਤੇਗੇ ਹੀ ਬਣਾਉਂਦਾ ਸੀ ਵਧੀਆ, ਕਿਉਂਕਿ ਜਿੰਨਾ ਵੀ ਕੁਝ ਇਹ ਇਧਰ ਹੀ ਬਣਦਾ ਸੀ। ਕਾਬਲ ਕੰਧਾਰ ਵਾਲੇ ਪਾਸੇ ਬਗਦਾਦ 'ਚ ਸ਼ਸਤਰ, ਘੋੜੇ, ਇੱਕ ਤਾਜਨ ਤੁਰੀ ਚੰਗੇਰੀ, ਤੁਰੀ ਦੇਸ਼ ਦੀ। ਆ ਸ੍ਰੀ ਸਾਹਿਬਾਂ ਦੇ ਨਾਮ ਬਹੁਤੇ ਉਧਰਲੇ ਦਸਵੇਂ ਪਾਤਸ਼ਾਹ ਨੇ ਸ਼ਸਤਰਨਾਮ ਮਾਲਾ ਜਾਂ ਦਸਮ ਗ੍ਰੰਥ 'ਚ ਲਿਖਿਆ। ਤੇਗੇ ਦੇਣ ਆਇਆ ਤਾਂ ਮਹਾਰਾਜ ਨੂੰ ਕਹਿੰਦਾ, ਮਹਾਰਾਜ ਇਹ ਬਹੁਤ ਵਧੀਆ ਤੇਗੇ ਬਣਾਏ, ਦੋ ਮੈਂ ਭੇਟਾ ਕਰਨੇ ਆ। ਉਦੋਂ ਸਤਿਗੁਰਾਂ ਨੇ ਕਿਹਾ, ਕਹਿੰਦੇ ਹੁਣ ਨਹੀਂ, ਹੁਣ ਤੂੰ ਲੈ ਜਾ। ਦਸਵੇਂ ਰੂਪ 'ਚ ਜਦੋਂ ਆਵਾਂਗੇ ਨਾ, ਦਸਵੇਂ ਜਾਮੇ 'ਚ, ਉਦੋਂ ਤਾਂ ਇੱਥੋਂ ਅਸੀਂ ਇਹ ਦੋ ਤੇਗੇ ਲਵਾਂਗੇ। ਕਿੱਡਾ ਲੰਮਾ ਵਚਨ ਕਰਤਾ ਮਹਾਰਾਜ ਨੇ। ਜਦੋਂ ਚਮਕੌਰ ਸਾਹਿਬ ਦੀ ਇੱਕ ਜੰਗ ਹੋਈ ਨਹੀਂ ਸੀ, ਉਹ ਇਸੇ ਕਰਕੇ 14.5 ਜੰਗ ਲਿਖਦੇ ਆ ਆਪਾਂ। ਉਹ ਅੱਧੀ ਜੰਗ ਹੀ ਤਿਆਰੀ ਹੋ ਗਈ ਸੀ ਸਾਰੀ। ਚਮਕੌਰ ਸਾਹਿਬ ਨੂੰ ਘੇਰਾ ਪਿਆ ਜਦੋਂ ਮਹਾਰਾਜ ਜੀ ਉੱਥੇ ਇੱਕ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਆਏ। 5000 ਫੌਜ ਦਿੱਲੀ ਤੋਂ ਲਾਹੌਰ ਨੂੰ ਲੰਘ ਰਹੀ ਸੀ, 5000 ਲਾਹੌਰ ਤੋਂ ਦਿੱਲੀ ਨੂੰ ਜਾ ਰਹੀ ਸੀ। ਜਦੋਂ ਦਿੱਲੀ ਵਾਲੇ ਨਵਾਬ ਨੂੰ ਪਤਾ ਲੱਗਿਆ ਕਿ ਇੱਥੇ ਦਸਵੇਂ ਪਾਤਸ਼ਾਹ ਆਏ ਹੋਏ ਨੇ, ਉਹਨੇ ਘੇਰਾ ਪਾ ਲਿਆ ਚਮਕੌਰ ਸਾਹਿਬ ਨੂੰ। ਉਧਰੋਂ 5000 ਲਾਹੌਰ ਤੋਂ ਆ ਗਈ। ਉਹਨੇ ਕਿਹਾ ਵੀ ਇੱਥੇ ਮਹਾਰਾਜ ਜੀ ਨੇ 10,000 ਫੌਜ ਇਕੱਠੀ ਹੋ ਗਈ, ਤੇ ਸਿੰਘ ਸਾਰਾ 500 ਹੀ। ਜਦੋਂ ਲਾਹੌਰ ਵਾਲਾ ਇਹ ਮੁਸਲਮਾਨ ਜਿਹੜਾ ਸੀ ਸੂਬੇਦਾਰ, ਜਦੋਂ ਜਾ ਕੇ ਮਹਾਰਾਜ ਦੇ ਸਾਹਮਣੇ ਖੜਾ ਹੋਇਆ, ਨੇਤਰਾਂ ਨਾਲ ਨੇਤਰ ਮਿਲੇ, ਸਾਰਾ ਯਾਦ ਆ ਗਿਆ। ਚਰਨ ਫੜ ਲੈ ਜਾ ਕੇ ਮਹਾਰਾਜ ਦੇ। ਸਤਿਗੁਰੂ ਕਹਿੰਦੇ ਯਾਦ ਆ ਗਿਆ? ਕਹਿੰਦੇ ਹਾਂ ਮਹਾਰਾਜ ਜੀ, ਤੁਸੀਂ ਕਿਹਾ ਸੀ ਦਸਵੇਂ ਜਾਮੇ 'ਚ ਤੇਗੇ ਲਵਾਂਗੇ। ਕਹਿੰਦਾ ਮਹਾਰਾਜ ਹੁਣ ਤੇਗੇ ਲੈ ਲਓ। ਕਹਿੰਦੇ ਹੁਣ ਲਿਆ। ਕਹਿੰਦਾ ਮਹਾਰਾਜ ਪਰ ਹੁਣ ਮੈਂ ਇਹਨਾਂ ਨਾਲ ਨਹੀਂ ਜਾਣਾ, ਮੈਂ ਅੱਜ ਤੋਂ ਤੁਹਾਡੀ ਫੌਜ ਸ਼ਾਮਲ ਹੋਣਾ। ਉਹ ਮਹਾਰਾਜ ਦੀ ਫੌਜ ਸ਼ਾਮਲ ਹੋ ਗਏ। ਇਸ ਕਰਕੇ ਇਹ ਚੀਜ਼ਾਂ ਅੱਗੇ ਤੋਂ ਅੱਗੇ ਆਈਆਂ। ਪਰ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ, ਬੜਾ ਵਿਰੋਧ ਹੋਇਆ ਇੱਕ ਤਰ੍ਹਾਂ ਦਾ। ਕਈ ਗੁਰਸਿੱਖ ਲਾ ਕੇ ਰੌਲਾ ਪਾਉਣ ਵੀ ਇਹ ਘੋੜਿਆਂ ਦੀ ਕੀ ਲੋੜ ਸੀ, ਇਹ ਸ਼ਸਤਰਾਂ ਦੀ ਕੀ ਲੋੜ ਸੀ, ਇਹਦੀ ਕੀ ਲੋੜ ਸੀ। ਪਰ ਹੌਲੀ ਹੌਲੀ ਉਹਨਾਂ ਨੂੰ ਸਮਝ ਲੱਗ ਗਈ ਸੀ ਇਹ ਚੀਜ਼। ਦਸਵੇਂ ਪਾਤਸ਼ਾਹ ਵਾਲੇ ਮਸੰਦਾਂ ਨੇ ਇਸ ਚੀਜ਼ ਦਾ ਬਹੁਤ ਵੱਡਾ ਅੜਿੱਕਾ ਖੜਾ ਕੀਤਾ ਸੀ, ਕੀ ਲੋੜ ਹੈ ਲੜਨ ਦੀ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਤੁਸੀਂ ਬਿਲਕੁਲ ਹੀ ਗਊਆਂ ਬਣ ਕੇ ਰਹਿ ਜਾਣਾ, ਦੇਸ਼ ਨੂੰ ਆਜ਼ਾਦ ਕਰਾਉਣਾ। ਮੈਂ ਕਈ ਵਾਰ ਦਿਮਾਗ 'ਚ ਐਵੇਂ ਗੱਲ ਘੁੰਮ ਜਾਂਦੀ, ਮੈਂ ਕਿਹਾ ਅੰਗਰੇਜ਼ਾਂ ਵੇਲੇ ਦੀਆਂ ਸਾਰੀਆਂ ਸ਼ਹੀਦੀਆਂ ਯਾਦ ਆ ਸਭ ਨੂੰ। ਭਗਤ ਸਿੰਘ ਨੂੰ ਯਾਦ ਕੀਤਾ, ਰਾਜਗੁਰੂ ਸੁਖਦੇਵ ਨੂੰ ਵੀ ਯਾਦ ਕੀਤਾ, ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਠੀਕ ਹੈ। ਪਰ ਕਦੇ ਪਿੱਛੇ ਵੀ ਤਾਂ ਦੇਖੋ ਨਾ, ਜਿਹੜੀ ਗੁਰੂ ਨਾਨਕ ਸਾਹਿਬ ਨੇ ਜਾ ਕੇ ਬਾਬਰ ਨੂੰ ਕਿਹਾ, ਬਾਬਰ ਤੂੰ ਜਾਬਰ ਹੈ, ਰਾਜੇ ਸੀ ਮੁਕੱਦਮ ਕੁੱਤੇ। ਬਾਬਰ ਨੂੰ ਵੀ ਜਾ ਕੇ ਚੰਗੀ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸੋਝੀ ਪਾਈ ਹੈ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸੋਝੀ ਪਾਈ ਹੈ ਹਮਾਯੂੰ ਵਰਗਿਆਂ ਨੂੰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਅਕਬਰ ਨੂੰ ਕਿਹਾ ਸਤੀ ਪ੍ਰਥਾ ਬੰਦ ਕਰੋ, ਇਹ ਚੁੱਲ੍ਹੇ ਵਾਲੇ ਟੈਕਸ ਬੰਦ ਕਰੋ। ਉਹਨੇ ਕੀਤੇ ਆ, ਬੇਸ਼ੱਕ ਕੋਈ ਉਹ ਕਿਤਾਬਾਂ ਵਿੱਚ ਨਹੀਂ ਲਿਖਦਾ ਚੀਜ਼ਾਂ ਉਹਨਾਂ ਦੀਆਂ। 5ਵੇਂ ਪਾਤਸ਼ਾਹ ਨੇ ਬਹੁਤ ਕੁਝ ਰੂਹਾਨੀਅਤ ਦੇ ਉਪਦੇਸ਼ ਦਿੱਤੇ ਆ। ਪਰ 6ਵੇਂ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਰਹੇ ਵੇ। ਮਹਾਰਾਜ ਨੇ ਕਿਹਾ ਨਹੀਂ, ਵੀਰ ਰਸ ਦੀ ਲੋੜ ਹੈ। ਸਿੰਘਾਂ ਨੂੰ ਗੱਤਕੇ ਸਿਖਾਏ ਗਏ। ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਨੂੰ ਸੰਥਿਆ ਕਰਾਈ ਗੁਰਬਾਣੀ ਦੀ। ਬਾਬਾ ਬੁੱਢਾ ਜੀ ਨੇ ਤੀਰ ਅੰਦਾਜ਼ੀ, ਘੋੜਸਵਾਰੀ ਸਿਖਾਈ 6ਵੇਂ ਪਾਤਸ਼ਾਹ ਮਹਾਰਾਜ ਨੂੰ। ਮੈਨੂੰ ਕਿਸੇ ਸਿੰਘ ਨੇ ਪੁੱਛਿਆ ਸੀ ਵੀ ਇਹ ਬਾਬਾ ਬੁੱਢਾ ਜੀ ਨੇ ਤਾਂ 6ਵੇਂ ਪਾਤਸ਼ਾਹ ਨੂੰ, ਕੋਈ 10ਵੇਂ ਪਾਤਸ਼ਾਹ ਮਹਾਰਾਜ ਨੂੰ ਫਿਰ ਕਿਹਨੇ ਸਿਖਾਇਆ? ਉਹਨਾਂ ਨੂੰ ਫਾਰਸੀ ਕਿਹਨੇ ਸਿਖਾਈ? ਮਹਾਰਾਜ ਦੇ ਉਸਤਾਦ ਸੀਗੇ, ਰਾਜਪੂਤ ਸੀਗੇ ਉਹ। ਇਸ ਕਰਕੇ ਮਹਾਰਾਜ ਜੀ ਨੂੰ ਵੀ ਸਿਖਾਇਆ। ਸਿੱਖਣ ਦੀ ਲੋੜ ਨਹੀਂ ਹੁੰਦੀ, ਪਰ ਇੱਕ ਦੁਨਿਆਵੀ ਮਰਿਆਦਾ ਪੂਰੀ ਕਰਨੀ ਹੁੰਦੀ। ਮਹਾਰਾਜ 6ਵੇਂ ਪਾਤਸ਼ਾਹ ਨੇ ਸਾਰੀ ਫੌਜ ਤਿਆਰ ਕੀਤੀ, ਗੱਤਕੇ ਸਿਖਾਏ ਸਭ ਨੂੰ, ਘੋੜਸਵਾਰੀ ਸਿਖਾਈ, ਸਭ ਕੁਝ ਹੋਇਆ। ਪਰ 7,000 ਵਾਲੀ, ਚਾਹੇ 14 ਵਾਲੀ, ਚਾਹੇ 35 ਵਾਲੀ, ਚਾਹੇ ਉਹ 1 ਲੱਖ ਤੁਰਕਾਂ ਨੂੰ ਮਾਰਿਆ, ਪਰ ਮਾਰਿਆ